ਸਤਿ ਸ਼੍ਰੀ ਅਕਾਲ ਜੀ। ਸਹੀ ਦਿਸ਼ਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਲਵੀ ਪੰਨੂ ਵੱਲੋਂ ਬਹੁਤ-ਬਹੁਤ ਸਵਾਗਤ ਹੈ ਜੀ। ਅਸੀਂ ਪਹਿਲਾਂ ਸਾਡੇ ਐਪੀਸੋਡਸ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰਦੇ ਰਹੇ ਹਾਂ ਪੈਸਿਆਂ ਦੇ ਮਸਲੇ, ਮੌਰਗੇਜ ਦੇ ਮਸਲੇ, ਪਰ ਅੱਜ ਜਿਹੜਾ ਅਸੀਂ ਇਸ਼ੂ ਲੈ ਕੇ ਆਏ ਹਾਂ ਉਹ ਬੜਾ ਹੀ ਸੈਂਸਿਟਿਵ ਇਸ਼ੂ ਆ। ਇੱਕ ਸਮਾਜਿਕ ਮੁੱਦਾ ਤਾਂ ਹੈ ਹੀ ਹੈ, ਪਰ ਇਸ ਦੇ ਨਾਲ-ਨਾਲ ਸਾਡੇ ਦਿਲ ਦੇ ਬੜਾ ਕਰੀਬ ਦਾ ਮੁੱਦਾ ਹੈ। कुछ दिन पहला सोशल मीडिया ते एक पिक्चर मैं देखी सी, बड़ी पॉपुलर हुई सी। कुछ बजुर्ग एक उच्ची इमारत के बाहर बैठे सी। ਉਹਦੇ ਥੱਲੇ कैप्शन यह लिखा सी कि ਜਦੋਂ ਤੁਸੀਂ ਆਪਣੀ ਅਮੀਰੀ ਦਾ ਵਿਖਾਵਾ ਕਰਨਾ, ਤੁਹਾਡੀਆਂ ਉੱਚੀਆਂ ਇਮਾਰਤਾਂ ਤੁਹਾਡੀ ਅਮੀਰੀ ਨੂੰ ਨਹੀਂ ਦੱਸਦੀਆਂ, ਤੁਹਾਡੇ ਬਜ਼ੁਰਗਾਂ ਦੇ ਚਿਹਰੇ ਦੀ ਮੁਸਕਾਨ ਤੁਹਾਡੀ ਅਮੀਰੀ ਨੂੰ ਦਰਸਾਉਂਦੀ ਹੈ। ਇਸ ਵਿਸ਼ੇ ਦੇ ਉੱਤੇ ਅੱਜ ਆਪਾਂ ਗੱਲ ਕਰਾਂਗੇ। ਆਪਣੇ ਸਟੂਡੀਓ ਵਿੱਚ ਆਏ ਹੋਏ ਨੇ ਜਿਹੜੇ ਬਹੁਤ ਉੱਘੇ ਸਮਾਜ ਸੇਵੀ ਨੇ, ਪੇਸ਼ੇ ਵਜੋਂ ਰੀਅਲਟਰ ਨੇ। ਆਪਾਂ ਸਵਾਗਤ ਕਰਦੇ ਹਾਂ ਸਰਦਾਰ ਗੁਰਤੇਜ ਸਿੰਘ ਗਿੱਲ ਦਾ। ਮਿਸਟਰ ਗਿੱਲ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਥੈਂਕ ਯੂ ਜੀ, ਬਹੁਤ-ਬਹੁਤ ਧੰਨਵਾਦ। ਮੇਰੇ ਵੱਲੋਂ ਸਾਂਝਾ ਟੀਵੀ ਦੀ ਮੈਨੇਜਮੈਂਟ, ਤੁਹਾਡਾ ਤੇ ਸਮੂਹ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਸਰ ਜੀ। ਮਿਸਟਰ ਗਿੱਲ, ਅੱਜ ਜਿਹੜਾ ਆਪਾਂ ਟੌਪਿਕ ਡਿਸਕਸ ਕਰਨਾ ਉਹ ਬਹੁਤ ਹੀ ਸੈਂਸਿਟਿਵ ਆ ਜੀ, ਪਰ ਇਹਦੇ ਨਾਲ ਆਪਾਂ ਇਹ ਵੀ ਕਹਿੰਦੇ ਆ ਕਿ ਇਹ ਸਾਰਿਆਂ ਤੇ ਅਪਲਾਈ ਵੀ ਨਹੀਂ ਹੁੰਦਾ। ਇਹਦੇ ਵਿੱਚ ਕੋਈ ਰੋਂਗ ਤੇ ਰਾਈਟ ਵੀ ਨਹੀਂ ਹੈ। ਇਹਦੇ ਬਾਰੇ ਤੁਸੀਂ ਕੀ ਨਹੀਂ, ਬਿਲਕੁਲ ਆਪਾਂ ਸ਼ੁਰੂ ਹੀ ਇਸ ਚੀਜ਼ ਨਾਲ ਕਰਨਾ ਹੈਗਾ ਜੀ ਕਿ ਦੱਸ ਦਈਏ ਦਰਸ਼ਕਾਂ ਨੂੰ, ਕਿਉਂਕਿ ਕੁਝ ਇੱਕ ਜ਼ਰੂਰੀ ਨਹੀਂ ਕਿ ਉਸ ਇਸ਼ੂ ਦੇ ਨਾਲ ਸਾਰੇ ਸਹਿਮਤ ਹੋਣ ਜੀ। ਸੋ ਸਹਿਮਤ ਨਾ ਹੋਣਾ ਤਾਂ ਆਪਾਂ ਦਰਸ਼ਕਾਂ ਤੇ ਜਿਹੜਾ ਉਹ ਛੱਡਦੇ ਹੈਗੇ ਆ। ਐਟ ਦਾ ਸੇਮ ਟਾਈਮ ਕੀ ਹੈ ਕਿ ਜੋ ਇਸ਼ੂ ਦੇ ਪ੍ਰਤੀ ਜਿਹੜੇ ਹੈਗੇ ਆ ਸੰਬੰਧਿਤ ਨੇ ਜਾਂ ਇਸ਼ੂ ਦੇ ਨਾਲ ਜੋ ਜਿਨ੍ਹਾਂ ਕਰਕੇ ਇਸ਼ੂ ਬਣਦਾ ਹੈ, ਸੋ ਜ਼ਰੂਰੀ ਨਹੀਂ ਕਿ ਸਾਰੇ ਹੀ ਜਿਹੜੇ ਆ ਉਸ ਦੇ ਵਿੱਚ ਕਵਰ ਹੋਣ। ਮੰਨ ਲਓ ਕਿ ਜੀ ਆਪਾਂ ਇਹ ਕਹੀਏ ਕਿ ਜੀ ਸੀਨੀਅਰਸ ਆਰ ਅਬਿਊਜ਼ਡ, ਇਹ ਨਹੀਂ ਕਿ ਸਾਰੇ ਸੀਨੀਅਰ ਅਬਿਊਜ਼ ਹੁੰਦੇ ਆ, ਜਾਂ ਜਿਹੜੇ ਇੱਕ ਫੈਮਿਲੀ ਮੈਂਬਰਸ ਜਿਹੜੇ ਹੈਗੇ ਆ ਉਹ ਅਬਿਊਜ਼ ਕਰ ਰਹੇ ਹੈਗੇ ਆ ਤਾਂ ਉਹ ਸਾਰੇ ਅਬਿਊਜ਼ ਕਰ ਰਹੇ ਆ। ਸੋ ਆਪਾਂ ਇਸ ਅਜ਼ੰਪਸ਼ਨ ਨੂੰ ਇਹ ਅਜ਼ਿਊਮ ਕਰਕੇ ਚੱਲਦੇ ਆ, ਇਹ ਮਨੌਤ ਨੂੰ ਮੰਨ ਕੇ ਚੱਲਦੇ ਹੈਗੇ ਆ ਕਿ ਇਹ ਸਾਰਿਆਂ ਤੇ ਜਿਹੜਾ ਇਸ਼ੂ ਹੈ ਅਪਲਾਈ ਨਹੀਂ ਹੁੰਦਾਗਾ ਜੀ। ਸੋ ਜੇ ਆਪਾਂ ਆਮ ਸ਼ਬਦਾਂ 'ਚ ਗੱਲ ਕਰੀਏ, ਆਪਾਂ ਸੀਨੀਅਰ ਅਬਿਊਜ਼, ਇਹਨੂੰ ਆਪਾਂ ਕਿਸ ਤਰ੍ਹਾਂ ਦੇਖਦੇ ਹਾਂ? ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਇਹਨੂੰ ਬਹੁਤ ਚੰਗੀ ਤਰ੍ਹਾਂ ਜਿਹੜਾ ਡਿਫਾਈਨ ਕੀਤਾ ਹੈਗਾ ਜੀ। ਉਹਦੇ ਵਿੱਚ ਇਹ ਹੈ ਕਿ ਇਹ ਇੱਕ ਆਈਸੋਲੇਟਡ ਇਨਸੀਡੈਂਟ ਵੀ ਹੋ ਸਕਦਾ ਹੈਗਾ, ਮਤਲਬ ਇੱਕ ਵਾਰੀ ਮੰਨ ਲਓ ਕਿ ਫਿਜ਼ੀਕਲ ਅਬਿਊਜ਼ ਹੋ ਗਿਆ, ਵਨ ਟਾਈਮ ਹੋ ਗਿਆ, ਜਾਂ ਔਨ ਗੋਇੰਗ ਵੀ ਹੋ ਸਕਦਾ ਹੈਗਾ। ਸੋ ਬੇਸਿਕਲੀ ਜਿਹੜਾ ਸੀਨੀਅਰਸ ਦਾ ਜਦੋਂ ਇੱਕ ਉਹ ਆਪਦਾ ਈਵਨਿੰਗ ਆਫ देयर ਲਾਈਫ ਹੁੰਦੇ ਹੈਗੇ ਆ, ਤਾਂ ਉਦੋਂ ਆਪਣੇ ਬੱਚਿਆਂ ਦੇ ਉੱਤੇ ਜਾਂ ਆਪਣੇ ਕੇਅਰ ਗਿਵਰਸ ਦੇ ਉੱਤੇ ਉਹਨਾਂ ਦਾ ਇੱਕ ਟਰਸਟ ਹੁੰਦਾ ਹੈਗਾ। ਬਿਲਕੁਲ ਠੀਕ ਹੈ, ਇੱਕ ਐਕਸਪੈਕਟੇਸ਼ਨ ਹੁੰਦੀ ਹੈ। ਸੋ ਕਿਉਂਕਿ ਉਹਨਾਂ ਨੇ ਬਹੁਤ ਸਮਾਂ ਜ਼ਿੰਦਗੀ ਦੇ ਵਿੱਚ ਬੱਚਿਆਂ ਨੂੰ ਜਨਮ ਤੋਂ ਲੈ ਕੇ ਵੱਡੇ ਹੋਣ ਤੱਕ, ਦੇਖੋ ਕੋਈ ਮਾਂ ਪਿਓ ਜਿਹੜਾ ਉਹ ਥੋੜਾ ਬਹੁਤਾ ਕੰਪੈਰੀਟਿਵਲੀ ਹੋ ਸਕਦਾ ਹੈ, ਬਟ ਪੇਰੈਂਟਸ ਆਰ ਆਲਵੇਜ਼ ਬੇਸਿਕਲੀ ਕੇਅਰਿੰਗ, ਰਾਈਟ? ਬਟ ਜਦੋਂ ਉਹ ਟਰਸਟ ਟੁੱਟਦਾ ਹੈਗਾ ਤਾਂ ਉਹ ਇੱਕ ਪ੍ਰੋਸੈਸ ਕਰਕੇ, ਜਾਂ ਜਿਵੇਂ ਮੈਂ ਕਿਹਾ ਕਿ ਆਈਸੋਲੇਟਡ ਇਨਸੀਡੈਂਟ ਹੋ ਸਕਦੀ ਹੈ ਜਾਂ ਔਨ ਗੋਇੰਗ ਹੋ ਸਕਦੀ ਹੈ। ਸੋ ਜਦੋਂ ਉਸ ਟਰਸਟ ਨੂੰ, ਉਹ ਵਿਸ਼ਵਾਸ ਨੂੰ ਭੰਗ ਕੀਤਾ ਜਾਂਦਾ ਹੈ, ਚਾਹੇ ਉਹ ਇਮੋਸ਼ਨਲੀ ਹੋਵੇ, ਸਾਈਕੋਲੋਜੀਕਲੀ ਹੋਵੇ, ਫਾਈਨੈਂਸ਼ੀਅਲ ਹੋਵੇ, ਜਾਂ ਫਿਰ ਉਹ ਫਿਜ਼ੀਕਲ ਹੋਵੇ, ਉਸ ਨੂੰ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ, ਕਿਉਂਕਿ ਮੈਂ ਚਾਹੁੰਦਾ ਨਹੀਂ ਉਹ ਇੰਗਲਿਸ਼ ਦੀ ਡੈਫੀਨੇਸ਼ਨ ਹੈ ਜਿਹੜੀ ਬਕਾਇਦਾ ਉਹਨਾਂ ਦੀ ਹੈ, ਸੋ ਬੇਸਿਕਲੀ ਮੈਂ ਉਹਦਾ ਇੱਕ ਅਲੱਥਾ ਕਰਕੇ ਇਹ ਦੱਸਦਾ ਹੈਗਾ। ਸੋ ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਯੂਨੀਵਰਸਲ ਐਕਸੈਪਟਡ ਡੈਫੀਨੇਸ਼ਨ ਹੈ ਸੀਨੀਅਰ ਅਬਿਊਜ਼ ਦੀ ਜੀ। ਸੋ ਜਿੱਦਾਂ ਆਪਾਂ ਦੇਖਦੇ ਹਾਂ, ਆਪਾਂ ਆਮ ਕਹਿੰਦੇ ਵੀ ਆ ਜਿਹੜੇ ਆਪਣੇ ਬਜ਼ੁਰਗ ਆ, ਦਾਦੇ ਦਾਦੀਆਂ, ਨਾਨੇ ਨਾਨੀਆਂ, ਨਾ, ਉਹ ਆਪਣੀ ਵਿਰਾਸਤ ਆ, ਉਹਨਾਂ ਕੋਲੇ ਬਹੁਤ ਕੁਝ ਸਿੱਖਣ ਨੂੰ ਆ, ਬੜਾ ਖਜ਼ਾਨਾ ਉਹਨਾਂ ਕੋਲੇ ਹੁੰਦਾ ਆ। ਤੁਸੀਂ ਇਸ ਚੀਜ਼ ਨੂੰ ਥੋੜਾ ਡਿਫਾਈਨ ਕਰਕੇ ਦੱਸੋ। ਜਦੋਂ ਆਮ ਸ਼ਬਦਾਂ 'ਚ ਆਪਾਂ ਕਹਿੰਦੇ ਇਹ ਬਜ਼ੁਰਗ ਸਾਡੀ ਵਿਰਾਸਤ ਆ ਜਾਂ ਸਾਡਾ ਐਸਟ ਆ, ਤੁਸੀਂ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ? ਇਹਨੂੰ ਆਪਾਂ ਅਗੇਨ ਜੇ ਸਭ ਤੋਂ ਪਹਿਲਾਂ ਤਾਂ ਇਹ ਮੰਨ ਲਈਏ ਕਿ ਜਿਹੜੀ ਐਜੂਕੇਸ਼ਨ ਹੈ ਬਜ਼ੁਰਗਾਂ ਦੀ, ਬਜ਼ੁਰਗ ਸਾਡੇ ਲਈ, ਬੱਚਿਆਂ ਲਈ ਇੱਕ ਲਾਇਬ੍ਰੇਰੀ ਜਿਹੜਾ ਸੋਮਾ ਹੈ, ਬਿਲਕੁਲ ਸੰਸਕਾਰਾਂ ਦਾ ਸੋਮਾ ਹੈ ਕਿ ਜੀ, ਠੀਕ ਹੈ। ਤੁਸੀਂ ਆਮ ਦੇਖਿਆ ਹੋਣਾ, ਹੁਣ ਘਰਾਂ ਦੇ ਵਿੱਚ ਜਿਹੜੇ ਇੱਥੋਂ ਦੇ ਬੱਚੇ ਜਨਮੇ ਆ, ਜੇਕਰ ਉਹ ਪੰਜਾਬੀ ਬੋਲਣਾ ਸਿੱਖਦੇ ਆ ਤਾਂ ਲਾਰਜਲੀ ਜਿਹੜਾ ਹੈਗਾ ਉਹ ਪੇਰੈਂਟਸ ਕਰਕੇ ਨਹੀਂ ਸਿੱਖਦੇਗੇ। ਜੇ ਉੱਥੇ ਬਜ਼ੁਰਗ ਮਾਤਾ ਪਿਤਾ ਨਾਨਾ ਨਾਨੀ ਉਸ ਘਰ ਦੇ ਵਿੱਚ ਮੌਜੂਦ ਹੈ ਤਾਂ ਉਹਨਾਂ ਬੱਚਿਆਂ ਦੀ ਬਹੁਤ ਸੋਹਣੀ ਪੰਜਾਬੀ ਹੁੰਦੀ ਹੈ ਬੋਲਣ। ਸੋ ਲੈਂਗੁਏਜ ਜਿਹੜੀ ਹੈ ਵਹੀਕਲ ਆਫ ਦਾ ਕਲਚਰ ਕਿਹਾ ਜਾਂਦਾ ਹੈ, ਬਹੁਤ ਜ਼ਰੂਰੀ ਹੈ। ਚਾਹੇ
ਦੁਖਾਂਤ ਦੀ ਗੱਲ ਇਹ ਹੈ ਕਿ ਹੁਣ ਇਸ ਕਮਿਊਨਿਟੀ ਦੇ ਵਿੱਚ ਜਿੱਥੇ ਅਸੀਂ ਰਹਿ ਰਹੇ ਹਾਂ ਉੱਥੇ ਇਸ ਚੀਜ਼ ਨੂੰ ਉਨੀ ਇੰਪੋਰਟੈਂਸ ਇਹਦੀ ਸਮਝੀ ਨਹੀਂ ਜਾ ਰਹੀ ਕਿ ਕਿੰਨੀ ਇੰਪੋਰਟੈਂਸ ਹੈਗੀ ਆ, ਬਟ ਲੈਂਗੁਏਜ ਜਿਹੜੀ ਆ, ਭਾਸ਼ਾ ਜਿਹੜੀ, ਇਹ ਬਹੁਤ ਇੰਪੋਰਟੈਂਟ ਹੈ। ਸੋ ਸਾਡੇ ਬਜ਼ੁਰਗਾਂ ਤੋਂ ਸਭ ਤੋਂ ਵੱਡੀ ਜਿਹੜੀ ਵਿਰਾਸਤ ਹੈ, ਕੀਮਤੀ ਵਿਰਾਸਤ ਜਿਹੜੀ ਹੈਗੀ ਹੈ, ਉਹ ਭਾਸ਼ਾ ਦੀ ਹੈਗੀ ਹੈ ਜੀ। ਅੱਛਾ, ਫਿਰ ਜਿਹੜਾ ਹੈਗਾ ਫਾਈਨੈਂਸ਼ੀਅਲ ਹੈ। ਤੁਸੀਂ ਦੇਖਿਆ ਹੋਣਾ ਵੀ ਜੇ ਹੁਣ ਆਪਾਂ ਘਰ ਲੈਣਾ ਫਰਜ਼ ਕੀਤਾ ਜੀ, ਤਾਂ ਘਰ ਦੇ ਵਿੱਚ ਜੇਕਰ ਕੁਆਲੀਫਾਈ ਨਹੀਂ ਕਰਦੇ ਤਾਂ ਮਾਰਗੇਜ ਬ੍ਰੋਕਰ ਕੀ ਪੁੱਛਦਾ ਹੈਗਾ ਵੀ ਘਰ ਦੇ ਵਿੱਚ ਕੋਈ ਸੀਨੀਅਰ ਹੈ, ਬਿਲਕੁਲ ਜੀ, ਠੀਕ ਹੈ ਵੀ ਉਹਦਾ 1 ਜਾਂ 2% ਵਿੱਚ ਤੁਸੀਂ ਪਵਾ ਲਓ, ਬਿਲਕੁਲ ਠੀਕ ਹੈ ਜੀ। ਉਹਦੇ ਅੱਗੇ ਜਾ ਕੇ ਵੀ ਫਾਇਦੇ ਹੈਗੇ ਆ। ਜੇਕਰ ਬਜ਼ੁਰਗਾਂ ਨੂੰ ਮੰਨ ਲਓ ਆਪਾਂ ਬਣ ਕੇ ਬਜ਼ੁਰਗ ਜਿਹੜੇ ਹਸਬੈਂਡ ਵਾਈਫ ਜਿਹੜੇ ਉਹਨਾਂ ਦੀ ਪੈਨਸ਼ਨ ਆਉਂਦੀ ਹੈ, ਤਾਂ ਰਫਲੀ ਉਹ 2 ਲੱਖ 2.5 ਲੱਖ ਦਾ ਪਾਰਟਿਸਿਪੇਟ ਕਰ ਸਕਦੇ ਆ, ਕੁਆਲੀਫਾਈ ਕਰਦੇ ਹੈ ਜੀ ਜੀ। ਅੱਛਾ, ਦੂਸਰਾ ਇਹ ਹੈ ਕਿ ਜੇਕਰ ਡਾਊਨ ਪੇਮੈਂਟ ਕਿਤੇ ਘਟਦੀ ਹੈ, ਮੈਂ ਦੇਖਿਆ ਉਹਦੇ ਵਿੱਚ, ਕਿਉਂਕਿ ਮੈਂ ਇਸ ਕਿਤੇ ਚ ਰੀਅਲ ਸਟੇਟ 'ਚ ਵੀ ਕੰਮ ਕਰਦਾ, ਅਕਸਰ ਦੇਖਣ ਦੇ ਵਿੱਚ ਆਉਂਦਾ ਹੈ, ਖਾਸ ਕਰਕੇ ਆਪਣੀ ਕਮਿਊਨਿਟੀ ਦੇ ਵਿੱਚ, ਕਿ ਲਓ ਜੀ ਬੇਬੇ ਬਾਪੂ ਜੀ ਨੂੰ ਪੁੱਛ ਲਓ ਵੀ ਜੇ ਕੋਈ 1 ਲੱਖ 1.5 ਲੱਖ ਜੇ ਇਹਨਾਂ ਦੇ ਅਕਾਊਂਟ 'ਚ ਪਿਆ ਹੈਗਾ ਤਾਂ ਜੀ ਜੀ, ਉਹ ਵੀ ਹੈਗੀ ਹੈ ਗੱਲ, ਠੀਕ ਹੈ। ਫਿਰ ਜੇਕਰ ਕੋਈ ਕਿਸ਼ਤ ਟੁੱਟਦੀ ਹੈਗੀ ਹੈ, ਉਹ ਵੀ ਉਹਦੇ ਵਿੱਚ ਵੀ ਹੈਲਪ ਹੁੰਦੀ ਹੈਗੀ ਹੈ। ਅੱਛਾ, ਫਿਰ ਜਦੋਂ ਗ੍ਰਾਂਟ ਮਿਲਦੀ ਹੈ, ਤੁਸੀਂ ਦੇਖਿਆ ਹੋਣਾ ਇੱਕ ਸੀਨੀਅਰਸ ਗ੍ਰਾਂਟ ਆਉਂਦੀ ਹੈ ਜਦੋਂ ਸਾਲ ਪਿੱਛੋਂ ਆਪਾਂ ਟੈਕਸ ਪ੍ਰੋਪਰਟੀ ਟੈਕਸ ਭਰਦੇ ਹਾਂ ਜੀ, ਠੀਕ ਹੈ। ਸੋ ਫਾਈਨੈਂਸ਼ੀਅਲ ਜਿਹੜਾ ਉਹ ਬਹੁਤ ਜ਼ਿਆਦਾ ਹੈ। ਮੈਂ ਜੇ ਇਹ ਕਹਾਂ ਕਿ ਸੋਨੇ ਦੇ ਆਂਡਾ ਦੇਣ ਵਾਲੀ ਜਿਹੜੀ ਮੁਰਗੀ ਵਾਲੀ ਗੱਲ ਹੈ, ਬਟ ਡੈਫੀਨੇਟਲੀ ਬਜ਼ੁਰਗ ਜਿਹੜੇ ਆ ਸਾਡੇ ਵਾਸਤੇ ਇੱਕ ਬਹੁਤ ਸਾਡੀ ਲਾਈਫ ਦਾ ਇੱਕ ਅਹਿਮ ਹਿੱਸਾ ਹੈ। ਬੱਚਿਆਂ ਦੀ ਬੇਬੀ ਸਿਟਿੰਗ ਦਾ ਫਰਜ਼ ਕੀਤਾ, ਕਿੰਨਾ ਫਾਇਦਾ ਹੁੰਦਾ ਵੀ ਇੱਕ ਤਾਂ ਜੇ ਬੇਬੀ ਸਿਟਿੰਗ ਕਰਦੇ ਆ ਬੱਚੇ, ਗ੍ਰੈਂਡ ਪੇਰੈਂਟਸ ਕੋਲੇ ਸਿਕਿਉਰਡ ਹੈ ਜੀ। ਤੁਸੀਂ ਡੇ ਕੇਅਰ ਦੇ ਵਿੱਚ ਛੱਡੋਗੇ, ਮਾਂ ਦਾ ਜਿਹੜਾ ਹੈ ਉਹ ਦਿਲ ਹੈ ਉਹ ਹਮੇਸ਼ਾ ਬੱਚੇ ਦੇ ਵਿੱਚ ਰਹੂਗਾ। ਬਟ ਜੇਕਰ ਬੱਚਾ ਆਪਣੇ ਦਾਦਾ ਦਾਦੀ ਜਾਂ ਨਾਨਾ ਨਾਨੀ ਦੇ ਕੋਲੇ ਹੈ ਤਾਂ ਮਦਰ ਵਿਲ, ਖਾਸ ਕਰਕੇ ਮਦਰ ਜੀ, ਸ਼ੀ ਵਿਲ ਫੀਲ ਮੋਰ ਸਿਕਿਉਰ, ਬਿਲਕੁਲ ਠੀਕ ਹੈ ਜੀ। ਉਹ ਹੋਗੀ। ਦੂਸਰਾ ਹੈ ਕਿ ਜਿਹੜਾ ਬੇਬੀ ਸਿਟਿੰਗ ਦੇ ਪੈਸੇ ਦੇਣੇ ਹੈ ਉਹ ਐਕਚੁਅਲੀ ਤਾਂ ਨਹੀਂ ਦਿੱਤੇ ਜਾਂਦੇ ਕਿ ਬਜ਼ੁਰਗਾਂ ਨੂੰ ਬਹੁਤ ਕੇਸਿਸ ਦੇ ਵਿੱਚ, ਪਰ ਇਹ ਹੈ ਵੀ ਜਦੋਂ ਟੈਕਸ ਭਰਨਾ ਹੈ ਉਦੋਂ ਜ਼ਰੂਰ ਕੀਤਾ ਜਾਂਦਾ ਕਿ ਬੇਬੀ ਬਾਪੂ ਨੂੰ ਪੇਮੈਂਟ ਕੀਤੀ ਹੈ ਜੀ ਜੀ। ਤਾਂ ਮੈਂ ਓਨੈਸਟਲੀ ਇਹ ਗੱਲ ਕਹਿੰਦਾ, ਆਈ ਹੈਵ ਸੀਨ ਦਾ ਕੇਸਿਸ ਜੀ, ਕਿ ਮੈਂ ਸੈਟਲਮੈਂਟ 'ਚ ਵੀ ਕੰਮ ਕੀਤਾ ਹੈਗਾ, ਉਹਦੇ ਵਿੱਚੋਂ ਜਿਹੜੀਆਂ ਮੈਂ ਅੱਜ ਗੱਲਾਂ ਕਰ ਰਿਹਾ ਫੈਕਟ ਬੇਸਡ ਕਰ ਰਿਹਾ ਹੈਗਾ। ਔਰ ਮੈਂ ਇਹ ਕਹਿੰਦਾ ਕਿ ਜੇ ਕੋਈ ਦਰਸ਼ਕ ਮੇਰੇ ਨਾਲ ਸਹਿਮਤ ਨਹੀਂ ਤਾਂ ਮੇਰਾ ਨੰਬਰ ਲੈ ਕੇ, ਮੈਂ ਡੈਫੀਨੇਟਲੀ ਆਈ ਐਮ ਰੈਡੀ, ਕਿਉਂਕਿ ਅਵੇਅਰਨੈਸ ਜਿਹੜੀ ਹੈ, ਇਨਫੋਰਮੇਸ਼ਨ ਜਿਹੜੀ ਹੈ, ਮੈਂ ਚਾਹੁੰਦਾ ਸਹੀ ਦਿੱਤੀ ਜਾਵੇ। ਜੇਕਰ ਕੋਈ ਭੁਲੇਖਾ ਹੈਗਾ ਤਾਂ ਆਪਾਂ ਗੱਲਬਾਤ ਰਾਹੀਂ ਉਹਨੂੰ ਸੋਲਵ ਵੀ ਕਰ ਸਕਦੇ ਹਾਂ, ਅੱਗੇ ਵੀ ਦੱਸਿਆ ਜਾ ਸਕਦਾ। ਸੋ ਉਹ ਤਾਂ ਹੈਗਾ ਜੀ ਫਾਈਨੈਂਸ਼ੀਅਲ। ਬਾਕੀ ਜਿਹੜਾ ਜਿਵੇਂ ਮੈਂ ਦੱਸਿਆ ਕਿ ਲਾਈਫ ਐਕਸਪੀਰੀਅੰਸ ਜਿਹੜਾ ਬਜ਼ੁਰਗਾਂ ਦਾ ਹੈਗਾ, ਮੈਨੂੰ ਯਾਦ ਹੈ ਮੇਰੇ ਦਾਦਾ ਜੀ ਜਦੋਂ ਮੈਂ ਮਾਸਟਰਸ ਕਰਨ ਗਿਆ ਯੂਨੀਵਰਸਿਟੀ ਤੇ ਵੱਡੇ ਬ੍ਰਦਰ ਮੈਨੂੰ ਬੱਸ ਚੜਾਉਣ ਆਏ। ਉਦੋਂ ਫਰੀਦਕੋਟ ਤੋਂ ਬੱਸ ਚੱਲਦੀ ਹੁੰਦੀ ਸੀ ਸਵੇਰੇ 4-4:30 ਵਜੇ ਦੇ ਕਰੀਬ ਪਟਿਆਲਾ ਨੂੰ ਜੀ। ਤੇ ਜਦੋਂ ਤੁਰਨ ਲੱਗੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਫਤਿਹ ਬੁਲਾਈ ਤੇ ਮੇਰੇ ਗ੍ਰੈਂਡਫਾਦਰ ਆ ਕੇ ਕੋਲੇ ਕਹਿੰਦਾ ਵੀ ਚੰਗਾ ਫਿਰ ਹੁਣ ਜੇ ਪੜਨ ਚੱਲਿਆ ਤਾਂ ਦਿਲ ਨਾਲ ਪੜ੍ਹੀ। ਕਹਿੰਦਾ ਵੀ ਮੇਰੇ ਬਾਬਾ ਜੀ ਨੇ ਮੈਨੂੰ ਇੱਕ ਗੱਲ ਕੰਮ ਦੀ ਦੱਸੀ ਸੀ ਜੀ, ਕਹਿੰਦਾ ਇਹੋ ਜਿਹਾ ਇਨਸਾਨ ਬਣ ਕੇ ਆਈ ਉੱਥੋਂ ਜਿੱਥੇ ਪੜਨ ਚੱਲਿਆ ਤੂੰ, ਵੀ ਯਾਰ ਨੂੰ ਤੇਰੇ ਤੇ ਮਾਣ ਹੋਵੇ ਤੇ ਦੁਸ਼ਮਣ ਤੇਥੋਂ ਡਰੇ। ਬੜੀ ਵਧੀਆ ਗੱਲ ਹੈ ਨਾ, ਬਹੁਤ ਵੱਡੀ ਗੱਲ ਹੈ ਇਹ, ਬੜੀ ਡੂੰਘਾਈ ਵਾਲੀ ਗੱਲ ਹੈ। ਬਿਲਕੁਲ, ਇਹ ਨਾ ਹੋਵੇ ਕਿ ਵੀ ਮੈਂ ਤਾਂ ਗੁਰਤੇਜ ਨੂੰ ਜਾਣਦਾ ਤਾਂ ਹੈ ਯਾਰ, ਵੀ ਪਤਾ ਨਹੀਂ ਉਹ ਤੋਂ ਕੰਮ ਆਊਗਾ ਕਿ ਨਹੀਂ ਆਊਗਾ, ਠੀਕ ਹੈ, ਤੇਰੇ ਤੇ ਮਾਣ ਹੋਵੇ ਤੇ ਦੁਸ਼ਮਣ ਜੇ ਹੋਵੇ ਉਹ ਛੱਡੋ ਦਾ ਕੀ ਹੈ ਯਾਰ, ਵੀ ਘੱਟੋ ਘੱਟ ਜੇ ਤੇਰਾ ਨਾਂ ਲਏ ਤੋਂ ਉਹ ਬੰਦੇ ਨੂੰ ਉਹਦੇ ਕੰਬਣੀ ਚੜੇ ਕਿ ਯੈਸ ਇਹ ਮਤਲਬ ਇਸ ਤਰ੍ਹਾਂ ਦਾ, ਠੀਕ ਹੈ। ਔਰ ਇਹ ਚੀਜ਼ਾਂ, ਇਹ ਦੋਨੇ ਗੁਣ ਜਿਹੜੇ ਉਸ ਇਨਸਾਨ 'ਚ ਹੀ ਹੋ ਸਕਦੇ ਹੈ ਜਿਹਦਾ ਆਪਣਾ ਕਿਰਦਾਰ ਜਿਹੜਾ ਉੱਚਾ ਹੈਗਾ ਔਰ ਆਪਣੇ ਅਸੂਲਾਂ ਦੇ ਪ੍ਰਤੀ ਉਹ ਬੰਦਾ ਪਾਬੰਦ ਹੈਗਾ। ਸੋ ਉਸ ਤਰ੍ਹਾਂ ਦੀ ਜਿਹੜੀ ਬਜ਼ੁਰਗ ਜਿਹੜੀ ਵਿਰਾਸਤ ਹੈ, ਇਹ ਜਿਹੜੇ ਗੁਣ ਹੈ, ਇਹ ਸਾਨੂੰ ਬਜ਼ੁਰਗਾਂ ਤੋਂ ਹੀ ਮਿਲਦੇ ਆ। ਬਿਲਕੁਲ, ਮੈਨੂੰ ਇੱਥੇ ਤੁਹਾਡੀ ਗੱਲ ਤੋਂ ਯਾਦ ਆ ਗਿਆ, ਮੇਰੀ ਮਦਰ ਜਦੋਂ ਆਪਣੇ ਪੇਕੇ ਜਾਂਦੇ ਹੁੰਦੇ ਸੀ ਤੇ ਮੇਰੇ ਨਾਨਾ ਜੀ ਨੇ ਪਹਿਲਾਂ ਆ ਕੇ ਮੈਨੂੰ ਚੱਕਣਾ ਹਨਾ, ਤੇ ਮੇਰੇ ਮਦਰ ਨੇ ਕਹਿਣਾ ਵੀ ਤੁਸੀਂ ਮੈਨੂੰ ਬਾਅਦ ਚੋਂ ਮਿਲਦੇ ਹੋ ਤੇ ਤੁਸੀਂ ਮੇਰੇ ਬੱਚੇ ਨੂੰ ਪਹਿਲਾਂ ਚੱਕ ਲੈਂਦੇ ਹੋ। ਕਹਿੰਦੇ ਪੁੱਤ ਤੈਨੂੰ ਪਤਾ ਲੱਗੂ ਪਰ ਮੂਲ ਨਾਲੋਂ ਵਿਆਜ ਪਿਆ। ਡੈਫੀਨਿਟਲੀ ਇਹ ਯੂਨੀਵਰਸਲ ਜਿਹੜਾ ਇਹ ਫੈਕਟ ਹੈ ਜੀ ਬੇਸਿਕਲੀ ਜੀ। ਬਿਲਕੁਲ। ਤੇ ਇੱਕ ਹੁਣ ਥੋੜਾ ਜਿਹਾ ਆਪਾਂ ਮੇਰਾ ਖਿਆਲ ਆ ਵੀ ਸੈਂਸਿਟਿਵਿਟੀ ਵੱਲ ਆਈਏ। ਜੇ ਤੁਹਾਨੂੰ ਇਦਾਂ ਦੇ ਕੋਈ ਇਨਸੀਡੈਂਟ ਜਾਂ ਕੁਝ ਇਸ ਤਰ੍ਹਾਂ ਦਾ ਦਿਮਾਗ ਵਿੱਚ ਆਉਂਦਾ, ਸੀਨੀਅਰ ਅਬਿਊਜ਼ ਦੀ ਕੋਈ ਐਗਜ਼ਾਮਪਲ ਕਿਸੇ ਤਰੀਕੇ ਦੀ ਤੁਹਾਨੂੰ ਖਿਆਲ ਆਉਂਦੀ ਹੈ?
ਕਰੀਬ 2 ਮਹੀਨੇ ਲਵੀ ਜੀ 2 ਮਹੀਨੇ ਦੀ ਗੱਲ ਹੈਗੀ ਹੈ। ਬੜੀ ਇਮੋਸ਼ਨਲ ਹੈ ਐਕਚੁਅਲੀ। ਟਾਈਮ ਆਪਣੇ ਕੋਲੇ ਉਹਨਾਂ ਮੇਰਾ ਖਿਆਲ ਹੈ ਨਹੀਂ। ਜੇ ਕਹੋ ਤਾਂ ਆਪਾਂ ਅਗਲੇ ਸੈਗਮੈਂਟ ਦੇ ਵਿੱਚ ਉਹ ਸ਼ੁਰੂ ਕਰ ਲੈਂਦੇ ਆ, ਜਿਹੜੀ ਮੇਨ ਮੈਂ ਗੱਲ ਦੱਸਣੀ ਹੈ। ਬਟ ਉਸ ਤੋਂ ਪਹਿਲਾਂ ਮੈਂ ਇੱਕ ਕਹਾਣੀ ਪੜ੍ਹੀ ਸੀ ਜੀ। ਉਹਦਾ ਕਹਾਣੀ ਦਾ ਜਿਹੜਾ ਸਿਰਲੇਖ ਸੀਗਾ ਲੱਕੜ ਦਾ ਕੌਲਾ। ਉਸ ਘਰ ਦੇ ਵਿੱਚ ਇਹ ਐਕਚੁਅਲੀ ਕੈਨੇਡਾ ਦੀ ਗੱਲ ਹੀ ਹੈ ਜੀ। ਹਸਬੈਂਡ ਵਾਈਫ, ਉਹਨਾਂ ਦਾ ਬਜ਼ੁਰਗ ਹਸਬੈਂਡ ਦਾ ਫਾਦਰ ਜੀ, ਇਕੱਲਾ ਜਾਣੀ ਉਹਨਾਂ ਦੀ ਵਾਈਫ ਜਿਹੜੀ ਉਹ ਡੈਥ ਹੋ ਚੁੱਕੀ ਸੀ, ਤੇ ਉਹਨਾਂ ਦਾ 6-7 ਸਾਲ ਦਾ ਬੱਚਾ ਜਿਹੜਾ ਸੀ। ਤੇ ਸ਼ਾਮ ਨੂੰ ਉਹਨਾਂ ਨੇ ਡਾਈਨਿੰਗ ਟੇਬਲ ਦੇ ਉੱਤੇ ਬੈਠ ਕੇ ਬਾਪੂ ਜੀ ਹੋਰਾਂ ਨੇ ਵੀ ਨਾਲ ਉਹਨਾਂ ਦੇ ਖਾਣਾ ਖਾਣਾ ਜੀ। ਸੋ ਬਾਪੂ ਜੀ ਹੋਰਾਂ ਨੂੰ ਤੁਹਾਨੂੰ ਪਤਾ ਹੈ ਕਿ ਜਦੋਂ 60-70 ਸਾਲ ਦੇ ਵਿੱਚ ਬਾਡੀ ਸ਼ੇਕ ਕਰਨ ਲੱਗ ਪੈਂਦੀ ਹੈ ਜੀ, ਠੀਕ ਹੈ। ਹੁਣ ਡਿਫਰੈਂਟ ਡਿਜ਼ੀਜ਼ ਦੇ ਨਾਲ ਹੋ ਸਕਦਾ ਹੈ, ਕਈ ਵਾਰੀ ਵੀ ਸ਼ੂਗਰ ਡਾਊਨ ਹੋ ਗਈ ਹੈ ਜਾਂ ਕੋਈ ਹੋਰ ਹੈ, ਅਲਜ਼ਾਈਮਰ ਦੇ ਨਾਲ ਹੈ। ਬਾਡੀ ਦਾ ਸ਼ੇਕ ਕਰਨਾ ਸੁਭਾਵਿਕ ਹੁੰਦਾ ਹੈ, ਮੈਡੀਸਨ ਵਗੈਰਾ ਜ਼ਿਆਦਾ ਜਿਹੜੀਆਂ ਲੈਂਦੇ ਆ। ਸੋ ਉਹਨਾਂ ਨੇ ਜਦੋਂ ਬਜ਼ੁਰਗਾਂ ਨੇ ਉਹਨਾਂ ਨੇ ਚੱਕਣਾ ਤੇ ਉਹ ਪਾਂਡਾ ਇਸ ਤਰ੍ਹਾਂ ਸ਼ੇਕ ਕਰਨ ਲੱਗ ਪੈਣਾ। ਉਹਦੇ ਵਿੱਚੋਂ ਚੀਜ਼ ਹੈ ਜਿਹੜੀ ਕੋਈ ਡੁੱਲ ਜਾਣੀ। ਜਦੋਂ ਡੁੱਲ ਜਾਣੀ ਤਾਂ ਇੱਕ ਦਿਨ ਕੀ ਹੋਇਆ ਕਿ ਜਿਹੜਾ ਉਹ ਕਟੋਰੀ ਸੀ ਉਹ ਬਾਪੂ ਜੀ ਤੋਂ ਥੱਲੇ ਡਿੱਗ ਪਈ ਫਰਸ਼ ਦੇ ਉੱਤੇ ਤੇ ਟੁੱਟ ਗਈ। ਨੂੰ ਕਹਿੰਦੀ ਆ ਵੀ ਆਪਾਂ ਕੀ ਕਰੀਏ, ਵੀ ਬਾਪੂ ਜੀ ਹੋਰਾਂ ਨੂੰ ਆਪਾਂ ਜਿਹੜਾ ਉਹ ਕਟੋਰੀ ਕਹੀ ਉਹਨਾਂ ਨੇ ਤਾਂ, ਬਟ ਉਹਦਾ ਕੌਲਾ ਨਾ ਵੀ ਆਪਾਂ ਇੱਕ ਲੱਕੜ ਦੇ ਜਿਹੜੇ ਬਣੇ ਹੁੰਦੇ ਆ ਵੀ ਉਸ ਤਰ੍ਹਾਂ ਲਿਆ, ਬਹੁਤ ਸੇਫ ਹੈ, ਲਿਆ ਦਿੱਤਾ। ਨੈਕਸਟ ਡੇ ਕੀ ਕੀਤਾ ਕਿ ਜਿਹੜਾ ਉਹਦਾ ਗ੍ਰੈਂਡਸਨ ਸੀ ਉਹ ਬਾਹਰ ਹੇਠਾਂ ਖੇਡਦਾ ਸੀ, ਕਿ ਜਦੋਂ ਫਾਦਰ ਆਇਆ ਉਹ ਬੱਚਾ ਖੇਡ ਰਿਹਾ ਸੀ ਵੁਡਨ ਟੁਆਇਜ਼ ਦੇ ਨਾਲ, ਉਹਨੂੰ ਛਿੱਲ ਰਿਹਾ ਸੀ। ਉਹ ਕਹਿੰਦਾ ਵੀ ਬੇਟਾ ਵੀ ਆਹ ਤੂੰ ਕੀ ਕਰ ਰਿਹਾ? ਕਹਿੰਦਾ ਵੀ ਪਾਪਾ ਮੈਂ ਇਹਦਾ ਲੱਕੜ ਦਾ ਕੌਲਾ ਬਣਾ ਰਿਹਾ। ਉਹ ਕਹਿੰਦਾ ਵੀ ਤੂੰ ਕੀ ਕਰਨਾ? ਕਹਿੰਦਾ ਜਦੋਂ ਤੁਸੀਂ ਬੁੱਢੇ ਹੋਵੋਗੇ ਮੈਂ ਤੁਹਾਨੂੰ ਦੇਵਾਂਗਾ ਇਹ ਲੱਕੜ ਦਾ ਕੌਲਾ। ਸੋ ਕਿੰਨਾ ਵੱਡਾ ਸੰਦੇਸ਼ ਹੈ ਇਸ ਦੇ ਵਿੱਚ। ਬੱਚੇ ਦੀ ਜਿਹੜੀ ਹੈ ਉਹ ਸੂਖਮਤਾ, ਉਹਦੀ ਆਬਜ਼ਰਵੇਸ਼ਨ, ਔਰ ਜਿਹੜਾ ਦੇਖੋ ਮੈਟਲ ਕੋਈ ਵੀ ਹੋ ਸਕਦੀ ਹੈ, ਵੁੱਡ ਹੋਵੇ ਜਾਂ ਕੋਈ ਹੋਵੇ, ਬਟ ਇਹ ਹੈ ਕਿ ਅਕਸਰ ਆਮ ਭਾਂਡੇ ਨਾਲੋਂ ਜਿਹੜੇ ਲੱਕੜ ਦਾ ਭਾਂਡਾ ਦੇਣਾ ਬਜ਼ੁਰਗਾਂ ਦਾ, ਇਹ ਇਮੋਸ਼ਨਲ ਅਬਿਊਜ਼ ਵੀ ਹੈਗਾ, ਸਾਈਕੋਲੋਜੀਕਲ ਅਬਿਊਜ਼ ਵੀ ਹੈਗਾ। ਬਜ਼ੁਰਗ ਭਾਵੇਂ ਬਜ਼ੁਰਗ ਸੀ, ਬਟ ਉਹਨਾਂ ਨੂੰ ਮਹਿਸੂਸ ਹੋਇਆ ਕਿ ਮੇਰੀ ਬਿਮਾਰੀ ਕਰਕੇ, ਮੈਥੋਂ ਟੁੱਟਣ ਕਰਕੇ ਮੈਨੂੰ ਇਹ ਜਿਹੜਾ ਲੱਕੜ ਦਾ ਇਹ ਕੌਲਾ ਦਿੱਤਾ ਗਿਆ ਹੈ। ਸੋ ਬੜੀ ਇਮੋਸ਼ਨਲ ਤੁਸੀਂ ਸਟੋਰੀ ਸਾਂਝੀ ਕੀਤੀ ਹੈ। ਆਪਾਂ ਇੱਕ ਛੋਟਾ ਜਿਹਾ ਬ੍ਰੇਕ ਲੈ ਲੈਂਦੇ ਹਾਂ ਜੀ। ਅਸੀਂ ਇੱਕ ਛੋਟਾ ਜਿਹਾ ਬ੍ਰੇਕ ਲੈਂਦੇ ਹਾਂ ਜੀ। ਬ੍ਰੇਕ ਤੋਂ ਬਾਅਦ ਇਸੇ ਤਰ੍ਹਾਂ ਬਣੇ ਰਹਾਂਗੇ। ਤੁਸੀਂ ਦੇਖਦੇ ਰਹੋ ਸਹੀ ਦਿਸ਼ਾ। ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਫਿਰ ਸਵਾਗਤ ਕਰਦੇ ਹਾਂ ਜੀ। ਅੱਜ ਆਪਣਾ ਟੌਪਿਕ ਬਹੁਤ ਹੀ ਇਮੋਸ਼ਨਲ ਹੈ, ਆਪਣੇ ਸਾਰਿਆਂ ਦੇ ਦਿਲ ਦੇ ਬੜਾ ਕਰੀਬ ਹੈ, ਤੇ ਇਸ ਦੇ ਨਾਲ ਹੀ ਆਪਾਂ ਇਹ ਵੀ ਤੁਹਾਨੂੰ ਸ਼ੁਰੂ 'ਚ ਵੀ ਕਿਹਾ ਸੀ ਕਿ ਇਸ ਟੌਪਿਕ ਦਾ ਕੋਈ ਰੋਂਗ ਜਾਂ ਰਾਈਟ, ਇਹਦਾ ਕੋਈ ਬਲੈਕ ਐਂਡ ਵਾਈਟ ਕੁਝ ਇਸ ਤਰ੍ਹਾਂ ਦਾ ਨਹੀਂ ਹੈ। ਸਾਰੇ ਇਸ ਕੈਟੇਗਰੀ ਦੇ ਵਿੱਚ ਵੀ ਨਹੀਂ ਆਉਂਦੇ ਤੇ ਸਾਰੇ ਇਸ ਕੈਟੇਗਰੀ ਦੇ ਵਿੱਚ ਖੈਰ ਨਾ ਹੀ ਆਉਣ, ਪਰ ਆਪਾਂ ਇਕੱਠੇ ਹੋ ਕੇ ਆਪਣੀ ਵਿਰਾਸਤ ਨੂੰ ਸਾਂਭਣ ਦੀ ਗੱਲਬਾਤ ਇਸੇ ਤਰੀਕੇ ਨਾਲ ਜਾਰੀ ਕਰਦੇ ਹਾਂ। ਮਿਸਟਰ ਗਿੱਲ, ਤੁਹਾਡਾ ਫਿਰ ਦੁਬਾਰਾ ਸਵਾਗਤ ਕਰਦੇ ਹਾਂ ਜੀ। ਤੁਸੀਂ ਬੜੀ ਸੋਹਣੀ ਬ੍ਰੇਕ ਤੋਂ ਪਹਿਲਾਂ ਇੱਕ ਇਮੋਸ਼ਨਲ ਸਟੋਰੀ ਸ਼ੇਅਰ ਕੀਤੀ ਹੈ। ਸੋ ਹੁਣ ਤੁਸੀਂ ਜਿੱਦਾਂ ਪਹਿਲਾਂ ਆਪਾਂ ਗੱਲ ਕਰਦੇ ਸੀ, ਤੁਹਾਡੇ ਕੋਲ ਇੱਕ ਇਨਸੀਡੈਂਟ ਸੀਗਾ ਦੱਸਣ ਵਾਸਤੇ, ਤੁਸੀਂ ਮੈਨੂੰ ਕਿਹਾ ਸੀ ਮੈਂ ਨੈਕਸਟ ਪਾਰਟ ਦੇ ਵਿੱਚ ਜ਼ਰੂਰ ਸ਼ੇਅਰ ਕਰੂੰਗਾ। ਹਾਂਜੀ, ਇਸ ਤੋਂ ਪਹਿਲਾਂ ਮੈਂ ਇੱਕ ਡਾਟਾ ਸ਼ੇਅਰ ਕਰਦਾ ਜਿਹੜਾ ਕਰੰਟ ਸੀਨੀਅਰਸ ਦਾ ਸਾਡਾ ਹੈਗਾ ਜੀ, ਉਹ ਟੋਟਲ ਪਾਪੂਲੇਸ਼ਨ ਦਾ BC ਦੇ ਵਿੱਚ ਕਰੀਬ 17 to 80% ਹੈ ਜੀ, ਜੋ ਐਸਟੀਮੇਟ ਕੀਤਾ ਗਿਆ ਹੈ ਨੈਸ਼ਨਲ ਇਨੀਸ਼ੀਏਟਿਵ ਫਾਰ ਦਾ ਕੇਅਰ ਆਫ ਐਲਡਰਲੀ, ਨਾਈਸ ਉਹ ਕਹਿੰਦੇ, ਆਪਣੀ ਨੈਸ਼ਨਲ ਇੰਸਟੀਚਿਊਟ ਹੈ ਜੀ, ਉਹਨਾਂ ਦੇ ਵੱਲੋਂ ਜੋ ਸਟੱਡੀਜ਼ ਡਿਫਰੈਂਟ ਸੀਨੀਅਰਸ ਤੇ ਆਪਣਾ ਸਟੱਡੀਜ਼ ਹੁੰਦੀਆਂ ਰਹਿੰਦੀਆਂ, ਔਰ ਉਹਨਾਂ ਨੇ ਇਹ ਐਸਟੀਮੇਟ ਕੀਤਾ ਕਿ 2031 ਤੱਕ ਕਰੀਬ 24 ਤੋਂ 25% ਸੀਨੀਅਰ, ਯਾਨੀ 1/4 ਟੋਟਲ ਪਾਪੂਲੇਸ਼ਨ ਦਾ ਸਾਡੇ ਜਿਹੜੇ ਆ ਉਹ ਸੀਨੀਅਰਸ ਹੋਣਗੇ। ਠੀਕ ਹੈ। ਸੋ ਵੀ ਹੈਵ ਟੂ ਬੀ ਵੈਰੀ ਕੇਅਰਫੁਲ ਅਬਾਊਟ ਦਾ ਪ੍ਰੋਗਰਾਮਸ, ਪਾਲਿਸੀਜ਼ ਜਿਹੜੇ ਆਪਾਂ ਜਾਂ ਇਨੀਸ਼ੀਏਟਿਵ ਜਿਹੜੇ ਆ ਜਾਂ ਜਿਹੜੇ ਸਪੋਰਟ ਸਿਸਟਮਸ ਡਿਵੈਲਪ ਕਰ ਰਹੇ ਆ, ਉਹ ਬਹੁਤ ਜ਼ਰੂਰੀ ਹੈ, ਕਿਉਂਕਿ ਇਸ ਪਾਪੂਲੇਸ਼ਨ ਨੇ, ਜੇ ਅਸੀਂ ਅੱਜ ਜਿੱਥੇ ਹੈਗੇ ਆ, ਸਾਨੂੰ ਸਾਡੀ ਪਹਿਲੀ ਪੀੜ੍ਹੀ ਨੇ ਇੱਥੇ ਲਿਆਂਦਾ ਹੈਗਾ। ਬਿਲਕੁਲ। ਹੁਣ ਮੈਂ ਆਵਾਂ ਜੋ ਮੈਂ ਆਪਾਂ ਪਹਿਲੇ ਸੈਗਮੈਂਟ ਦੇ ਵਿੱਚ ਗੱਲ ਕੀਤੀ ਸੀ ਕਿ 2 ਮਹੀਨੇ ਪਹਿਲਾਂ ਮੇਰੇ 2 ਸਾਲ ਸੀਨੀਅਰ ਹੈ ਜੀ, ਉਹ ਬੜੀ ਚੰਗੀ ਪੜ੍ਹਾਈ ਕੀਤੀ ਯੂਨੀਵਰਸਿਟੀ ਤੋਂ ਜੀ, ਚੰਡੀਗੜ੍ਹ ਪੋਸਟਡ ਸੀ, ਪੁਆਇੰਟ ਸਿਸਟਮ 'ਚ ਇੱਥੇ ਆ ਗਏ। ਮੈਂ ਬਰੀਫ ਰੱਖੂੰਗਾ ਇਸ ਨੂੰ ਥੋੜਾ ਜਿਹਾ, ਕਿਉਂਕਿ ਕਾਫੀ ਉਹਨੇ ਤਾਂ ਮੈਨੂੰ ਘੰਟੇ 1.5 ਘੰਟੇ ਦੇ ਵਿੱਚ ਗੱਲ ਇਹ ਸੁਣਾਈ ਸਾਰੀ।
ਕੀ ਹੋਇਆ ਕਿ ਪੁਆਇੰਟ ਸਿਸਟਮ 'ਚ ਜਦੋਂ ਅਸੀਂ ਆਉਨੇ ਆ ਤਾਂ ਉੱਥੋਂ ਚੰਗੀਆਂ ਜੌਬਸ ਚੰਗੀ ਕਿਉਂਕਿ ਐਜੂਕੇਸ਼ਨ ਹੁੰਦੀ ਹੈ ਜੋ ਰਿਕੁਇਜ਼ਿਟ ਹੈ ਉਹ ਤੇ ਕੋਈ ਛੋਟੀ ਜੌਬ ਹੈ ਕੋਈ ਪ੍ਰੋਫੈਸਰ ਲੱਗਿਆ ਹੈ ਕੋਈ ਕਿਸੇ ਬਿਊਰੋਕ੍ਰੈਟਿਕ ਸਿਸਟਮ ਦੇ ਵਿੱਚ ਹੈ ਸੋ ਉਹ ਮੇਰੇ ਦੋਸਤ ਜਿਹੜੇ ਸੀ ਹੀ ਵਾਸ ਵੈਰੀ ਸੀਨੀਅਰ ਆਫੀਸਰ ਔਰ ਕਿਸੇ ਨੇ ਉਹਨੂੰ ਇਹ ਨਹੀਂ ਕਿਹਾ ਕਿ ਤੂੰ ਚੰਗਾ ਕੰਮ ਕੀਤਾ ਇੱਥੇ ਆ ਕੇ ਜਦੋਂ ਆਇਆ ਤਾਂ 7-8 ਮਹੀਨੇ ਬਹੁਤ ਔਖੇ ਕੰਮਾਂ 'ਚ ਕੋਈ ਸਿਕਿਉਰਿਟੀ ਕਰ ਲਈ ਕੋਈ ਮਿਲ 'ਚ ਕੰਮ ਕਰ ਲਿਆ ਤੇ ਉਹਨੂੰ ਇਹ ਲੱਗਿਆ ਕਿ ਯਾਰ ਵੀ ਨਹੀਂ ਮੇਰੇ ਵਾਸਤੇ ਤਾਂ ਇਹ ਕੰਟਰੀ ਨਹੀਂ ਬਟ ਜੋ ਉਹਦੇ ਹੁਣ ਦੱਸਣ ਦੇ ਮੁਤਾਬਕ ਜਿਹੜਾ ਸੀ ਮੈਨੂੰ ਕਿਉਂਕਿ ਮੈਂ ਬਾਅਦ 'ਚ ਉਹਨੂੰ ਮਿਲਿਆ ਕੁਝ ਸਾਲ 2 ਸਾਲਾਂ ਬਾਅਦ ਤੇ ਕਹਿੰਦਾ ਵੀ ਮੇਰੇ ਇੱਕ ਫਰੈਂਡ ਨੇ ਜਦੋਂ ਕਹਿੰਦਾ ਵੀ ਮੈਂ ਸ਼ੇਅਰ ਕੀਤਾ ਕਹਿੰਦਾ ਮੈਨੂੰ ਖੁਦ ਨੂੰ ਲੱਗਾ ਕਿ ਮੇਰਾ ਫੈਸਲਾ ਗਲਤ ਹੈ ਕਿਉਂਕਿ ਉਹਨੇ ਅਜੇ ਉਹਦੀ ਜੌਬ ਬਹੁਤ ਥੋੜੀ ਸੀ ਤੇ ਅੱਗੇ ਜਾ ਕੇ ਘੱਟੋ ਘੱਟ 20 ਸਾਲ ਦੇ ਵਿੱਚ ਤੁਸੀਂ ਦੇਖੋ ਉਹਨੇ ਕਿੰਨਾ ਸੀਨੀਅਰ ਪ੍ਰੋਵਿੰਸ ਲੈਵਲ ਦੇ ਉੱਤੇ ਪੰਜਾਬ ਲੈਵਲ ਤੇ ਆਫੀਸਰ ਬਣਨਾ ਸੀ ਬਿਲਕੁਲ ਜੀ ਉਹਦਾ ਦੋਸਤ ਉਹਨੂੰ ਕਹਿੰਦਾ ਵੀ ਮਿੱਤਰਾ ਗੱਲ ਇਹ ਹੈ ਕਿ ਵੀ ਤੇਰੇ ਕੋਲੇ 2 ਆਪਸ਼ਨਸ ਹੈਗੀਆਂ ਜਾਂ ਤਾਂ ਤੂੰ ਆਪਣੇ ਬਾਰੇ ਸੋਚ ਲੈ ਜੀ ਠੀਕ ਹੈ ਵੀ ਉੱਥੇ ਜਾ ਕੇ ਯੈਸ ਇਹਦੇ 'ਚ ਕੋਈ ਸ਼ੱਕ ਨਹੀਂ ਤੇ ਜਾਂ ਤੂੰ ਫਿਰ ਆਪਣੇ ਬੱਚਿਆਂ ਬਾਰੇ ਸੋਚ ਜੀ ਤੇਰੇ ਬੱਚੇ ਜਿਹੜੇ ਹੈ ਉਹ ਕਹਿੰਦਾ ਵੀ ਚੰਡੀਗੜ੍ਹ ਦੇ ਬੌਰਨ ਹੈ ਉੱਥੇ ਜਾ ਕੇ ਵੱਧ ਤੋਂ ਵੱਧ ਤੂੰ ਉਹਨਾਂ ਨੂੰ ਕੋਈ ਆਈਏਐਸ ਆਈਪੀਐਸ ਜਾਂ ਇੰਜੀਨੀਅਰ ਜਾਂ ਕੋਈ ਉਹ ਬਣਾ ਲੇਗਾ ਜੀ ਤੇ ਤੂੰ ਉੱਥੇ ਜਾ ਕੇ ਕਹਿੰਦਾ ਤੈਨੂੰ ਪਤਾ ਹੈ ਕਿ ਉੱਥੇ ਭਾਵੇਂ ਆਈਏਐਸ ਹੋ ਜੇ ਆ ਮੈਂ ਹੁਣ ਤੁਹਾਨੂੰ ਐਗਜ਼ਾਮਪਲ ਦੇਵਾਂ ਕਿ ਮੇਰੇ ਇੱਕ ਫਰੈਂਡ ਆਈਜੀ ਜੀ ਔਰ ਉਹਨਾਂ ਦੇ ਜਿਹੜੇ ਵੱਡਾ ਲੜਕਾ ਪਹਿਲੀ ਟਾਈਮ ਦੇ ਵਿੱਚ ਪ੍ਰੋਪਰ ਆਈਏਐਸ ਆ ਗਿਆ ਤੇ ਚੰਡੀਗੜ੍ਹ ਏਡੀਸੀ ਵੀ ਲੱਗਾ ਰਿਹਾ ਜੀ ਪੋਲੀਟੀਕਲ ਪ੍ਰੈਸ਼ਰ ਇੰਨਾ ਹੋਇਆ ਕਿ ਉਹਨੂੰ ਰਿਜ਼ਾਈਨ ਕਰਨਾ ਪਿਆ ਆਈਏਐਸ ਦੀ ਐਲੀਟਿਸਟ ਜੌਬ ਹੈ ਇੰਡੀਆ ਦੀ ਬਿਲਕੁਲ ਜੀ ਜੀ ਕਹਿੰਦਾ ਵੀ ਬੱਚਿਆਂ ਦਾ ਤੈਨੂੰ ਪਤਾ ਹੈ ਵੀ ਉੱਥੇ ਜੋ ਮਰਜ਼ੀ ਬੱਚੇ ਕਰ ਲੈਣ ਉਹਨਾਂ ਦਾ ਉਹ ਫਿਊਚਰ ਨਹੀਂ ਜਿਹੜਾ ਇੱਥੇ ਬਿਲਕੁਲ ਸੋ ਤੂੰ ਚੂਜ਼ ਕਰ ਹੁਣ ਵੀ ਦੋਨਾਂ ਚੋਂ ਕੀ ਲੈਣਾ ਹੈ ਉਹ ਕਹਿੰਦਾ ਵੀ ਮੈਂ ਸੋਚ ਲਿਆ ਵੀ ਚੱਲ ਠੀਕ ਹੈ ਮੈਂ ਆਪਣੇ ਬੱਚਿਆਂ ਬਾਰੇ ਜਿਹੜਾ ਉਹ ਸੋਚੂੰਗਾ ਮੈਂ ਆਪਣਾ ਜਿਹੜਾ ਉਹ ਛੱਡਦਾ ਸਾਰਾ ਠੀਕ ਹੈ ਜੀ ਉੱਥੋਂ ਇੰਨੀ ਵੱਡੀ ਜੌਬ ਛੱਡ ਕੇ ਇੱਥੇ ਆ ਕੇ ਜਿਹੜਾ ਤੁਸੀਂ ਦੇਖੋ ਵੀ ਸਿਕਿਉਰਿਟੀ ਕਰਨੀ ਮਿਲ 'ਚ ਕੰਮ ਕਰਨਾ ਚਲੋ ਬਾਅਦ ਦੇ ਵਿੱਚ ਉਹਦੀ ਪੋਜੀਸ਼ਨ ਜਿਹੜੀ ਉਹ ਠੀਕ ਹੋ ਗਈ ਐਂਡ ਆਫ ਦਾ ਡੇ ਹੋਇਆ ਕਿ ਬੱਚੇ ਪੜ੍ਹ ਗਏ ਚੰਗੀਆਂ ਪੋਜੀਸ਼ਨ ਤੇ ਚੰਗੀ ਕਮਾਈ ਕਰਨ ਲੱਗ ਪਏ ਘਰ ਸੋਹਣਾ ਚੱਲਣ ਲੱਗ ਪਿਆ ਘਰ-ਬਾਰ ਲੈ ਲਿਆ ਕੀ ਹੋਇਆ ਕਿ ਉਸ ਨੂੰ ਕੁਝ ਇਸ ਤਰ੍ਹਾਂ ਦੀ ਬਿਮਾਰੀ ਜਿਹੜੀ ਉਹ ਲੱਗ ਗਈ ਜਿਹੜੀ ਜਿਵੇਂ ਫਰਜ਼ ਕੀਤਾ ਕੋਈ ਨਾ ਹਟਣ ਵਾਲੀ ਬਿਮਾਰੀ ਜਾਂ ਬਹੁਤ ਖਤਰਨਾਕ ਹੈ ਜੀ ਠੀਕ ਹੈ ਜਿਹਦੇ ਵਿੱਚ ਕੋਈ ਕੈਂਸਰ ਆ ਗਿਆ ਜਾਂ ਕੋਈ ਹੋਰ ਹੈ ਦਿਮਾਗੀ ਤੌਰ ਦੇ ਉੱਤੇ ਕੋਈ ਪ੍ਰੋਬਲਮ ਆ ਗਈ ਜੀ ਜਦੋਂ ਉਹਨੂੰ ਇਹ ਬਿਮਾਰੀ ਆ ਗਈ ਤਾਂ ਘਰਦਿਆਂ ਨੇ ਜਿਹੜਾ ਰਵਈਆ ਇਨਸਟੈਡ ਆਫ ਬਿਕਮਿੰਗ ਸਪੋਰਟਿਵ ਜੀ ਔਰ ਉਹਨਾਂ ਨੂੰ ਇਹ ਹੋਇਆ ਵੀ ਇਹ ਤਾਂ ਬੰਦਾ ਵੀ ਟੋਟਲੀ ਉਹਨਾਂ ਦਾ ਯੂ ਟਰਨ ਵੱਜ ਗਿਆ ਜੀ ਔਰ ਦਾ ਰੀਜ਼ਨ ਮੇਰੇ ਕੋਲੇ ਉਹਨੇ ਦਿਖਾਤਾ ਦਾ ਕਿਉਂ ਕੀਤਾ ਕਹਿੰਦਾ ਕਿ ਮੈਂ ਯਾਰ ਸਾਰਾ ਕੁਝ ਉੱਥੋਂ ਗਵਾ ਕੇ ਜਿਹੜਾ ਆਪਦੇ ਪਰਿਵਾਰ ਵਾਸਤੇ ਕੀਤਾ ਹੈਗਾ ਜੀ ਤੇ ਮੈਂ ਹੁਣ ਅੱਜ ਔਰ ਉਹ ਬੰਦਾ ਬੜਾ ਠਰਮੇ ਵਾਲਾ ਸਿਆਣਾ ਬੰਦਾ ਕਈ ਵਾਰ ਬੰਦੇ ਨਾ ਆਪਦੀ ਬਹੁਤ ਛੇਤੀ ਗੱਲ ਕਰਦੇ ਨਹੀਂ ਜਾਣੀ ਬਿਲਕੁਲ ਮੈਂ ਉਹਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਸੀਗਾ ਕਿ ਜੇ ਇਹਨੇ ਅੱਜ ਮੈਨੂੰ ਦੱਸੀ ਹੈ ਗੱਲ ਤਾਂ ਬੰਦਾ ਅੰਦਰੋਂ ਅੰਦਰ ਜਿਹੜਾ ਇਹ ਬਹੁਤ ਟੌਰਚਰ ਹੋ ਰਿਹਾ ਹੈਗਾ ਜੀ 60-62 ਸਾਲ ਦੀ ਜਦੋਂ ਏਜ ਹੋ ਜੇ ਔਰ ਬਿਮਾਰੀ ਦਾ ਥ੍ਰੈਟ ਹੋਵੇ ਤਾਂ ਡੈਫੀਨਿਟਲੀ ਬੰਦਾ 20 ਸਾਲ ਪਹਿਲਾਂ ਬੁੱਢਾ ਹੋ ਜਾਂਦਾ ਹੈ ਬਿਲਕੁਲ ਔਰ ਉਹ ਬੰਦਾ ਇਵੈਂਚੁਅਲੀ ਰੋਣ ਲੱਗ ਪਿਆ ਕਹਿੰਦਾ ਵੀ ਮੈਂ ਤੈਨੂੰ ਕੀ ਦੱਸਾਂ ਵੀ ਮੈਨੂੰ ਮੇਰੇ ਬੱਚਿਆਂ ਨੇ ਇੱਕ ਵਾਰੀ ਇਹ ਨਹੀਂ ਪੁੱਛਿਆ ਕਿ ਵੀ ਤੇਰੀ ਸਿਹਤ ਦਾ ਕੀ ਹਾਲ ਹੈਗਾ ਵੀ ਤੈਨੂੰ ਅਸੀਂ ਹਸਪੀਟਲ ਲੈ ਕੇ ਜਾਂਦੇ ਆ ਜਾਂ ਇੱਕ ਕਹਿੰਦਾ ਵੀ ਉਹਨਾਂ ਦੇ ਚਿਹਰੇ ਤੇ ਕੋਈ ਚਿੰਤਾ ਹੀ ਨਹੀਂਗੀ ਸੋ ਸਭ ਤੋਂ ਵੱਡਾ ਕਹਿੰਦਾ ਮੈਨੂੰ ਦੁੱਖ ਇਹ ਹੋਇਆ ਵੀ ਜਦੋਂ ਉਹ ਮੇਰੇ ਦੁਆਲੇ ਹੋ ਗਏ ਕਿ ਸਾਨੂੰ ਪ੍ਰਾਪਰਟੀ ਤੁਸੀਂ ਕਿਉਂਕਿ ਉਹਨਾਂ ਦੇ ਦਿਮਾਗ 'ਚ ਆਇਆ ਹੋਣਾ ਵੀ ਇਹਨੇ ਤਾਂ ਪਤਾ ਨਹੀਂ ਕਦੋਂ ਚਲੇ ਜਾਣਾ ਹੈਗਾ ਵੀ ਕੋਈ ਵਿਲ ਨਹੀਂ ਕਰਾਈ ਕੁਛ ਨਹੀਂ ਕਰਵਾਈ ਕਹਿੰਦਾ ਵੀ ਜਦੋਂ ਕਿਤੇ ਮੇਰੇ ਕੋਲੇ ਆਉਂਦੇ ਸੀ ਚੱਲ ਕੇ ਮੈਨੂੰ ਇਹ ਲੱਗਦਾ ਸੀ ਮੇਰਾ ਹਾਲ ਚਾਲ ਪੁੱਛਣ ਆਉਂਦੇ ਹੈਗੇ ਬਟ ਹੁੰਦਾ ਕੀ ਸੀਗਾ ਕਿ ਉਹ ਪ੍ਰਾਪਰਟੀ ਜਾਂ ਪੈਸੇ ਦੀ ਗੱਲ ਕਰਨ ਆਉਂਦੇ ਹੁੰਦੇ ਸੀ ਹਮੇਸ਼ਾ ਸੋ ਦੇਖੋ ਹੁਣ ਇਹਦੇ ਵਿੱਚ ਜਿਹੜਾ ਹੈਗਾ ਇਮੋਸ਼ਨਲ ਅਬਿਊਜ਼ ਸਾਈਕੋਲੋਜੀਕਲ ਅਬਿਊਜ਼ ਫਾਈਨੈਂਸ਼ੀਅਲ ਅਬਿਊਜ਼ ਵੀ ਹੈਗਾ ਫਾਈਨੈਂਸ਼ੀਅਲ ਅਬਿਊਜ਼ ਇਸ ਤਰ੍ਹਾਂ ਕਰਕੇ ਕਿ ਉਸ ਸਮੇਂ ਬੰਦਾ ਉਹ ਲੱਖ ਰੁਪਏ ਦੀ ਉਹਦੀ ਪੇਜ ਜਿਹੜੀ ਸੀ ਤੇ 20 ਸਾਲਾਂ ਦੇ ਵਿੱਚ ਉਹਨੇ ਕਿੰਨੇ ਉੱਥੇ ਕਮਾਈ ਕਰਨੀ ਸੀ ਕਿੰਨੀ ਪੈਨਸ਼ਨ ਹੋਣੀ ਸੀ ਬਿਲਕੁਲ ਕਾਰਾਂ ਦੀ ਸੁਵਿਧਾ ਘਰ ਦੀ ਸੁਵਿਧਾ ਕੀ ਹੋਣਾ ਸੀਗਾ ਉਸ ਬੰਦੇ ਨੇ ਉਹ ਸਾਰੀ ਚੀਜ਼ ਛੱਡੀ ਇੱਥੇ ਆ ਕੇ ਵੀ ਉਹਨੇ ਬੱਚਿਆਂ ਦਾ ਜਿਹੜਾ ਉਹ ਇੱਕ ਦੋ ਮੈਂ ਦੇਖਿਆ ਉਹਨੂੰ ਦੋ ਜੌਬਾਂ ਵੀ ਉਹਨੇ ਕੀਤੀਆਂ ਬੰਦੇ ਨੇ ਜੀ ਔਰ ਉਸ ਤੋਂ ਬਾਅਦ ਜਦੋਂ ਉਹਦੇ ਤੇ ਆਪਣੇ ਦੇ ਉੱਤੇ ਇਹ ਬਿਮਾਰੀ ਆ ਗਈ ਤਾਂ ਉਹਦਾ ਕਿਸੇ ਨੇ ਪੁੱਛਿਆ ਨਹੀਂ ਇਹ ਰਿਕਾਰਡਡ ਚੀਜ਼ ਹੈ ਐਵੀਡੈਂਸ ਹੈ ਕੋਈ ਮੈਂ ਇਹ ਨਹੀਂ ਕਿ ਕੋਈ ਪੇਪਰ ਦੇ ਵਿੱਚ ਪੜ੍ਹੀ ਹੈ ਠੀਕ ਹੈ ਇਹ ਪਰਸਨ ਟੂ ਪਰਸਨ ਐਂਡ ਉਹ ਬੰਦਾ ਇੱਥੇ ਹਾਜ਼ਰ ਹੈ ਇਸ ਵਕਤ ਜਿਹੜਾ ਹੈ ਉਹ ਬੰਦਾ ਹਾਜ਼ਰ ਹੈ ਜਿਹਨੇ ਮੈਨੂੰ ਆਪਣੀ ਸਾਰੀ ਇਹ ਦੁੱਖ ਦਰਦ ਦੀ ਜਿਹੜੀ ਇਹ ਦੱਸੀ ਸੋ ਮੈਂ ਇਹ ਕਹਿਣਾ ਹੈਗਾ ਕਿ ਯੈਸ ਸਾਰੇ ਬੱਚੇ ਨਹੀਂ ਇਸ ਤਰ੍ਹਾਂ ਦੇ ਜੀ ਬਟ ਜਦੋਂ ਵੀ ਕਿਸੇ ਨਾਲ ਇਹ ਗੱਲ ਹੁੰਦੀ ਹੈਗੀ ਹੈ ਤਾਂ ਇਹ ਡੈਫੀਨਿਟਲੀ ਅਬਿਊਜ਼ ਦੇ ਵਿੱਚ ਆਉਂਦੀ ਹੈਗੀ ਹੈ ਬਿਲਕੁਲ
ਠੀਕ ਹੈ। ਇਹਦੇ ਨਾਲ ਮੈਂ ਹੁਣ ਇੱਕ ਹੋਰ ਐਡ ਕਰਦੇ ਆ, ਬਾਅਦ ਚ ਆਪਾਂ ਸੋਰਸ ਦੀ ਵੀ ਗੱਲ ਕਰ ਦਾਂਗੇ ਕਿ ਮੈਂ ਅਜਿਹੇ ਜਿਹੇ ਬੱਚਿਆਂ ਨੂੰ, ਚਾਹੇ ਉਹ ਮੁੰਡੇ ਹੈ, ਕੁੜੀਆਂ, ਵਾਈਫ ਹੈ ਜਾਂ ਕੋਈ ਵੀ ਹੈ, ਜਿਹੜੇ ਇਹ ਸੀਨੀਅਰਸ ਦੇ ਨਾਲ ਇਸ ਤਰ੍ਹਾਂ ਕਰ ਰਹੇ ਹੈ ਔਰ ਉਹਨਾਂ ਨੂੰ ਇਹ ਹੁੰਦਾ ਹੈ ਕਿ ਅਸੀਂ ਵੀ ਇੰਡੀਆ 'ਚ ਵੀ ਪ੍ਰਾਪਰਟੀ ਹੁੰਦੀ ਹੈ ਨੈਚੁਰਲੀ, ਆਪਣੀ ਸਾਰਿਆਂ ਦੀ ਥੋੜੀ ਬਹੁਤੀ ਪ੍ਰਾਪਰਟੀ ਹੈ। ਇੰਡੀਆ ਦੇ ਵਿੱਚ 2007 ਦੇ ਵਿੱਚ ਪਾਰਲੀਮੈਂਟ ਦੇ ਵਿੱਚ ਗਵਰਨਮੈਂਟ ਆਫ ਇੰਡੀਆ ਨੂੰ ਐਕਟ ਪਾਸ ਕਰਨਾ ਪਿਆ। ਇਹ ਪ੍ਰੋਬਲਮ ਇੰਨੀ ਵੱਡੀ ਹੈ ਇਹ, ਕਈਆਂ ਨੂੰ ਤਾਂ ਲੱਗਦਾ ਨਾ ਕਿ ਨਹੀਂ ਜੀ ਸੀਨੀਅਰ ਅਬਿਊਜ਼ ਹੈ, ਕੋਈ ਐਸੀ ਗੱਲ ਨਹੀਂ। ਜਦੋਂ ਕੋਈ ਕਾਨੂੰਨ ਪਾਸ ਹੁੰਦਾ ਹੈ ਦੈਟ ਮੀਨਸ ਕਿ ਬਹੁਤ ਵੱਡੇ ਲੈਵਲ ਤੇ ਪ੍ਰੋਬਲਮ ਜਿਹੜੀ ਉਹ ਚੱਲ ਰਹੀ ਹੈਗੀ ਹੈ। ਸੋ ਮੈਂ ਇਹਦਾ ਨਾਮ ਪੜ੍ਹਦਿਆਂ, ਮੇਨਟੇਨੈਂਸ ਐਂਡ ਵੈਲਫੇਅਰ ਆਫ ਪੇਰੈਂਟਸ ਐਂਡ ਸੀਨੀਅਰ ਸਿਟੀਜ਼ਨਸ ਐਕਟ 2007। ਇਹਦੇ ਵਿੱਚ ਜੇਕਰ ਕੋਈ ਇੱਥੋਂ ਦਾ ਸਿਟੀਜ਼ਨ, ਇੱਥੋਂ ਦਾ ਪਰਮਨੈਂਟ ਰੈਜ਼ੀਡੈਂਟ, ਇੱਥੋਂ ਦਾ ਗਰੋਨ ਅਪ, ਇੱਥੇ ਰੇਜ਼ਡ ਬੱਚਾ ਜਾਂ ਬੱਚੀ ਜਾਂ ਉਸ ਦੀ ਵਾਈਫ ਜਾਂ ਉਹਦਾ ਹਸਬੈਂਡ, ਜੇ ਉੱਥੋਂ ਦੀ ਪ੍ਰਾਪਰਟੀ ਬਾਰੇ ਕਲੇਮ ਕਰਦਾ ਫੋਰਸਫੁਲੀ, ਅੰਡਰ ਦਿਸ ਐਕਟ, ਇਹ ਕ੍ਰਿਮੀਨਲ ਐਕਟ ਹੈਗਾ ਜੀ। they can be penalized। ਉਹਦੇ ਵਿੱਚ ਜਿਹੜੀ ਹੈ 7 ਸਾਲ ਦੀ ਇੰਪ੍ਰਿਜ਼ਨਮੈਂਟ ਹੈ, ਫਾਈਨ ਹੈ। ਜੇਕਰ ਉਹ ਸੀਨੀਅਰ ਕਹਿ ਦੇ ਕਿ ਮੈਨੂੰ ਕੱਲੀ ਮੈਡੀਕਲ ਦਾ, ਤਾਂ ਹੋਰ ਵੀ ਕੰਡੀਸ਼ਨ ਹੈ ਨਾ, ਜੇ ਕਿਸੇ ਦੀ ਮੈਡੀਕਲ ਕੰਡੀਸ਼ਨ ਹੋ ਗਈ ਤੇ ਉਹਦੇ ਤੋਂ ਤੁਸੀਂ ਉਹਦੀ ਪ੍ਰਾਪਰਟੀ ਖੋਹਣ ਦੀ ਗੱਲ ਕਰੋ ਜਾਂ ਵੀ ਸਾਨੂੰ ਹੁਣੇ ਆਪਦਾ ਸਾਰਾ ਹਿੱਸਾ ਦੇ ਦੇ, ਤਾਂ ਜੇ ਉਹ ਥੋੜਾ ਜਿਹਾ ਵੀ ਜਾ ਕੇ ਉਹ ਕਹਿ ਦਿੱਤਾ ਅੰਡਰ ਦਿਸ ਐਕਟ, ਮੈਂ ਉਹ ਜਿਹੜੇ ਕਲੇਮ ਕਰਦੇ ਇੱਥੇ, ਮੈਂ ਉਹਨਾਂ ਨੂੰ ਇਸ ਦੀ ਵਾਰਨ ਕਰਦਾ ਹੈਗਾ ਕਿ ਵੀ ਇੱਕ ਵਾਰੀ ਇਹ ਕਾਨੂੰਨ ਜ਼ਰੂਰ ਪੜ੍ਹ ਲਿਓ ਕਿ ਤੁਹਾਨੂੰ ਇਸ ਦੇ ਕਨਸੀਕੁਐਂਸਸ ਵੀ ਫੇਸ ਕਰਨੇ ਪੈਣਗੇ। ਤੁਸੀਂ ਬੜੀ ਵਧੀਆ ਇਹ ਜਿਹੜੀ ਸਟੋਰੀ ਤਾਂ ਨਹੀਂ ਆਪਾਂ ਇਹਨੂੰ ਕਹਿ ਸਕਦੇ, ਇੱਕ ਸੱਚੀ ਕਿਸੇ ਦਾ ਐਕਸਪੀਰੀਅੰਸ, ਦਰਦ ਕਹਾਣੀ, ਔਰ ਪਤਾ ਨਹੀਂ ਇਹ ਕਿੰਨੇ ਦੇ ਨਾਲ ਜਿਹੜਾ ਉਹ ਹੋ ਰਿਹਾ ਹੋਊਗਾ। ਹੁਣ ਇੱਥੇ ਕਈ ਵਾਰੀ ਆਪਾਂ ਜਦੋਂ ਅਬਿਊਜ਼ ਦੀ ਗੱਲ ਕਰਦੇ ਹਾਂ, ਮੋਸਟਲੀ ਆਪਾਂ ਨੂੰ ਇਹੀ ਹੁੰਦਾ ਵੀ ਅਬਿਊਜ਼ ਹੋ ਗਿਆ ਫਿਜ਼ੀਕਲੀ, ਕਿਸੇ ਨੂੰ ਮਾਰਨਾ ਜਾਂ ਕਿਸੇ ਤੇ ਹੱਥ ਚੱਕਣਾ, ਹਨਾ, ਪਰ ਬਹੁਤ ਘੱਟ ਪਤਾ ਹੁੰਦਾ ਵੀ ਜੇ ਇਮੋਸ਼ਨਲੀ ਜਾਂ ਫਾਈਨੈਂਸ਼ੀਅਲੀ ਕਿਸੇ ਨੂੰ ਇਸ ਤਰੀਕੇ ਨਾਲ ਟੌਰਚਰ ਕਰਦੇ ਆਪਾਂ ਜਾਂ ਕੋਈ ਹੁੰਦੇ ਆ, ਤਾਂ ਉਹ ਵੀ ਅਬਿਊਜ਼ ਹੀ ਆ। ਬਿਲਕੁਲ, ਉਹ ਜ਼ਿਆਦਾ ਵੱਡਾ ਹੈ। ਜਿਹੜਾ ਬਜ਼ੁਰਗਾਂ ਦਾ ਲਵੀ ਜੀ, ਜਿਹੜਾ ਬਜ਼ੁਰਗਾਂ ਦਾ ਜ਼ਿਆਦਾ ਹੋ ਰਿਹਾ ਸਾਈਕੋਲੋਜੀਕਲ ਤੇ ਇਮੋਸ਼ਨਲ ਅਬਿਊਜ਼ ਜ਼ਿਆਦਾ ਹੋ ਰਿਹਾ ਹੈ। ਨਾਲ ਹੋਰ ਵੀ ਦੱਸਾਂ ਕਿ ਜਿਹੜੀ ਨਾਈਸ ਦੀ ਜਿਹੜੀ ਸਟੱਡੀ ਹੈਗੀ ਹੈ, ਵੈਨ ਸਿਟੀ ਨੇ ਇੱਕ ਸਟੱਡੀ ਜਿਹੜੀ ਉਹ ਕਰਵਾਈ ਹੈਗੀ ਹੈ, ਉਹਨਾਂ ਨੇ ਇਹ ਕਿਹਾ ਹੈ ਕਿ ਜਿਹੜਾ ਫਾਈਨੈਂਸ਼ੀਅਲ ਅਬਿਊਜ਼ ਹੈ 21st ਸੈਂਚੁਰੀ ਦਾ ਸਭ ਤੋਂ ਵੱਡਾ ਕ੍ਰਾਈਮ ਹੈ। ਠੀਕ ਹੈ, ਕਿਉਂਕਿ ਕੇਸਸ ਜਿਹੜੇ ਆ ਇੰਨੇ ਰਿਪੋਰਟਡ ਹੋਏ ਸੀ। ਸੀਨੀਅਰਸ ਫਸਟ BC ਇੱਕ ਜਿਹੜੀ ਜੋ ਹੈਲਪਲਾਈਨ ਹੈ ਜਿੱਥੋਂ ਸੀਨੀਅਰਸ ਨੂੰ ਹੈਲਪ ਹੋ ਸਕਦੀ ਹੈਗੀ ਹੈ, ਉਹਨਾਂ ਦੇ ਪਿਛਲੇ ਸਾਲ ਦੇ ਰਿਪੋਰਟਡ 2000 ਕਾਲਸ ਸੀਨੀਅਰਸ ਨੇ ਕੀਤੀਆਂ ਉਹਨਾਂ ਨੂੰ। ਸੋ 2000 ਕਾਲਸ ਉਸ ਤਰ੍ਹਾਂ ਹੀ ਹੈ ਜਿਵੇਂ ਕਿਸੇ ਮੇਲ ਦਾ ਅਬਿਊਜ਼, ਜਦੋਂ ਆਪਾਂ ਡੋਮੈਸਟਿਕ ਵਾਇਲੈਂਸ ਦੀ ਗੱਲ ਕਰਦੇ ਆ ਤਾਂ ਆਪਾਂ ਅਕਸਰ ਕਹਿੰਦੇ ਆ ਵੀ ਔਰਤ ਤੇ ਕੋਈ ਜ਼ਿਆਦਤੀ ਹੋ ਰਹੀ ਹੈ, ਬਟ ਮੇਲ ਤੇ ਵੀ ਜ਼ਿਆਦਤੀ ਹੋ ਰਹੀ ਹੈ। 598 ਕੇਸ ਜਿਹੜੇ ਆ ਉਹ 2016 ਦੇ ਕੱਲੇ ਸਰੀ ਦੇ ਵਿੱਚ ਰਿਪੋਰਟਡ ਹੈ। ਠੀਕ ਹੈ, तो ਜੇ ਰਿਪੋਰਟਡ ਹੈ, ਪਰ ਰਿਪੋਰਟਡ ਜਾਂ ਡਾਕੂਮੈਂਟਡ ਦੀ ਗੱਲ ਕਰਦੇ ਆ, ਜਿਹੜੇ ਅਨਡਾਕੂਮੈਂਟਡ ਤੇ ਅਨਰਿਪੋਰਟਡ ਉਹ ਬਜ਼ੁਰਗਾਂ ਦੇ ਕਿੰਨੇ ਹੋਣਗੇ? ਜੇ 2000 ਜਿਹੜੇ ਆ ਉਹ ਫੋਨ ਕਾਲਸ ਹੀ ਕੱਲੀਆਂ ਹੋਈਆਂ, ਕੰਪਲੇਂਟਸ ਜਿਹੜੀਆਂ ਵੱਖਰੀਆਂ, ਇਹ ਰਿਪੋਰਟਡ ਹੈ ਜਿਹੜੀਆਂ ਗਵਰਨਮੈਂਟ ਦੇ ਕੋਲੇ ਹੈ। ਤੇ ਜਿਹੜੀਆਂ ਬਜ਼ੁਰਗ ਆਪਣੀ ਕਮਿਊਨਿਟੀ ਦੇ ਵਿੱਚ ਕਿੰਨੇ ਕੁ ਬਜ਼ੁਰਗ ਚਿੱਠੀਆਂ ਪਾ ਕੇ ਉੱਥੇ ਕਰਦੇ ਜਾਂ ਕਿੰਨੇ ਫੋਨ ਕਰਦੇ ਹੈਗੇ, ਨੋ ਦੈਟ ਗੋਜ਼ ਅਨਰਿਪੋਰਟਡ। ਸੋ ਸਭ ਤੋਂ ਵੱਡਾ ਜਿਹੜਾ ਅਬਿਊਜ਼ ਹੈ ਉਹ ਇਮੋਸ਼ਨਲ ਵੀ ਹੈ, ਸਾਈਕੋਲੋਜੀਕਲ ਵੀ ਹੈ। ਐਂਡ ਆਈ ਹੈਵ ਸੀਨ, ਕਿਉਂਕਿ ਮੈਂ ਸੈਟਲਮੈਂਟ 'ਚ ਕੰਮ ਕੀਤਾ ਹੈ, ਬਜ਼ੁਰਗਾਂ ਦੇ ਅਕਾਊਂਟ ਨਹੀਂ ਖੋਲੇ ਜਾਂਦੇ, ਉਹਨਾਂ ਦੀ ਜਿਹੜੀ $2400 $2500 ਜਿਹੜੀ ਆਉਂਦੀ ਉਹ ਸਿੱਧੀ ਨੂੰਹ ਪੁੱਤ ਦੇ ਖਾਤੇ 'ਚ ਆਉਂਦੀ ਹੈਗੀ ਹੈ। ਮਾਈਂਡ ਨਾ ਕਰਨਾ ਮੇਰੇ ਜਿਹੜੇ ਦਰਸ਼ਕ ਹੈ, ਬਟ ਇਹ ਫੈਕਟ ਹੈ, ਤੁਹਾਨੂੰ ਮੈਂ ਦੱਸਾਂ ਇਸ ਚੀਜ਼ ਦਾ। ਸੋ ਦੈਟ ਇਜ਼ ਫਾਈਨੈਂਸ਼ੀਅਲ ਅਬਿਊਜ਼ ਐਂਡ ਕ੍ਰਿਮੀਨਲ ਆਫੈਂਸ ਬੇਸਿਕ। ਜੀ ਬਿਲਕੁਲ। ਕਈ ਵਾਰੀ ਆਪਾਂ ਹੁਣ ਇਹ ਦੇਖਦੇ ਹਾਂ ਵੀ ਜਿਹੜੀ ਆਹ ਸਾਰੀ ਸਿਚੁਏਸ਼ਨ ਹੁੰਦੀ ਆ, ਆਪਾਂ ਉਸ ਨੂੰ ਕਈ ਵਾਰੀ ਜਨਰੇਸ਼ਨ ਗੈਪ ਕਹਿ ਕੇ ਜਾਂ ਫਿਰ ਕਹਿ ਦਈਏ ਜੀ ਸਾਡੀ ਕਮਿਊਨੀਕੇਸ਼ਨ ਨਹੀਂ ਪ੍ਰੋਪਰ ਹੁੰਦੀ ਕਿਉਂਕਿ ਉਹ ਸਾਨੂੰ ਸਮਝ ਨਹੀਂ ਸਕਦੇ, ਜਾਂ ਏਜ ਗੈਪ ਕਰਕੇ, ਜਾਂ ਜੀ ਸਾਡੀ ਉਹ ਜਨਰੇਸ਼ਨ ਨੂੰ ਸਮਝ ਨਹੀਂ ਸਕਦੇ। ਤੁਸੀਂ ਮੈਨੂੰ ਅਖੀਰੇ 'ਚ ਇਹ ਦੱਸੋ ਕਿ ਇਹ ਕੋਈ ਸਾਡੇ ਵੱਲੋਂ ਬਣਾਇਆ ਗਿਆ ਐਕਸਕਿਊਜ਼ ਹੀ ਹੈ ਜਾਂ ਵਾਕਈ ਜਨਰੇਸ਼ਨ ਗੈਪ ਜਾਂ ਕਮਿਊਨੀਕੇਸ਼ਨ ਦਾ ਜਦੋਂ ਟੁੱਟ ਜਾਣਾ ਹੁੰਦਾ ਹੈ ਵਾਕਈ ਐਗਜ਼ਿਸਟ ਕਰਦਾ? ਦੇਖੋ ਜੀ, ਆਫ ਕੋਰਸ ਇਹ ਹੈ, ਬਟ ਕਮਿਊਨੀਕੇਸ਼ਨ ਦਾ ਉਹ ਕਦੋਂ ਟੁੱਟਦੀ ਹੈ? ਜਨਰੇਸ਼ਨ ਗੈਪ ਵੀ ਇੱਕ ਫੈਕਟ ਹੈਗਾ ਜੀ। ਹਮੇਸ਼ਾ ਜਿਹੜਾ ਸਾਡੇ ਬਜ਼ੁਰਗਾਂ ਦੇ ਨਾਲ ਜਿਹੜਾ ਸਾਡਾ ਗੈਪ ਸੀ ਉਹ ਡਿਫਰੈਂਟ ਸੀ, ਸਾਡੇ ਬੱਚਿਆਂ ਦਾ ਸਾਡੇ ਨਾਲ ਜਿਹੜਾ ਗੈਪ ਆ ਉਹ ਡਿਫਰੈਂਟ ਹੈ, ਬਟ ਉਹਦਾ ਜਿਹੜੀ ਉਹਦੀ ਇੰਟੈਂਸਿਟੀ ਗੈਪ ਦੀ ਹੈ, ਉਹਦਾ ਜਿਹੜਾ ਨੇਚਰ ਹੈ ਉਹ ਡਿਫਰੈਂਟ ਹੈਗਾ। ਹੁਣ ਜਿਹੜਾ ਗੈਪ ਹੈ ਉਹ ਇੱਕਦਮ ਜ਼ਿਆਦਾ ਹੈ, ਸਪੈਸ਼ਲੀ ਜਦੋਂ ਆਪਾਂ ਜਨਰੇਸ਼ਨ ਗੈਪ ਜਾਂ ਕਮਿਊਨੀਕੇਸ਼ਨ ਦੀ ਗੱਲ ਕਰਦੇ ਆ, ਕਿਉਂਕਿ ਜਿਹੜੇ ਹੁਣ ਸੀਨੀਅਰ ਹੈਗੇ ਆ ਬਟ ਉਹਨਾਂ ਦੇ ਜਿਹੜੇ ਬੱਚੇ ਆ ਉਹਨਾਂ ਨੂੰ ਲੈਂਗੁਏਜ ਦੀ ਪ੍ਰੋਬਲਮ ਡੈਫੀਨਿਟਲੀ ਹੈਗੀ, ਉਹਨਾਂ ਨੂੰ ਜਿਹੜੀ ਸੰਸਕਾਰਾਂ ਦੀ ਜਿਹੜੀ ਹੈਗੀ ਉਹਨਾਂ ਗਿਆਨ ਨਹੀਂਗਾ,
ਅੱਛਾ, ਵੱਡੀ ਗੱਲ ਹੈਗੀ ਹੈ ਕਿ ਆਈ ਡੋਨਟ ਨੋ, ਮੈਂ ਅਜੇ ਤੱਕ ਇਹ ਚੀਜ਼ ਨਹੀਂ ਸਮਝ ਸਕਿਆ ਕਿ ਬੱਚਿਆਂ ਦੇ ਵਿੱਚ ਇਮੋਸ਼ਨਸ ਬਹੁਤ ਘੱਟ ਹੈ ਜੀ। ਫਾਰ ਐਗਜ਼ਾਮਪਲ, ਜੇ ਇੱਕ ਫਾਦਰ ਜਾਂ ਮਦਰ ਬਿਮਾਰ ਹੈ ਤਾਂ ਸਾਡਾ ਸੁਭਾਅ ਕੀ ਹੈ ਜਦੋਂ ਸਾਨੂੰ ਕੋਈ ਪੁੱਛਦਾ ਹੈਗਾ ਵੀ ਕੀ ਹਾਲ ਹੈ, ਆਪਾਂ ਕੀ ਕਹਿੰਦੇ ਆ ਵੀ ਠੀਕ ਹੈ, ਯੂਜੂਅਲੀ ਠੀਕ ਹੈ। ਹਾਂਜੀ ਜੀ। ਸੋ ਇੱਥੋਂ ਦੇ ਬੱਚੇ ਨੂੰ ਜੇਕਰ ਜਿਵੇਂ ਬੱਚਾ ਆਉਂਦਾ ਹੈ ਉਹਨੇ ਪੁੱਛਣਾ ਹੈ ਵੀ ਮਮ ਹਾਊ ਆਰ ਯੂ, ਯੂ ਵਰ ਸਿਕ ਹੈ ਕਿ ਹਾਊ ਯੂ ਨਾਓ, ਮਾਂ ਨੇ ਕਹਿਣਾ ਠੀਕ ਹੈ ਪੁੱਤ, ਓ ਕੂਲ ਦੈਟਸ ਫਾਈਨ, ਕਹਿ ਕੇ ਆਪਣੇ ਰੂਮ ਚਲੇ ਜਾਣਾ। ਜੀ ਜੀ ਜੀ। ਸੋ ਲੈਕ ਆਫ ਇਮੋਸ਼ਨਸ ਬੇਸਿਕਲੀ ਇਹਦੇ ਤੇ ਵੀ ਆਪਾਂ ਕਰਾਂਗੇ ਕਿ ਬੱਚਿਆਂ ਦੇ ਵਿੱਚ ਜਿਹੜਾ ਇਮੋਸ਼ਨਸ ਦਾ ਘਟਣਾ, ਇਹ ਜਿਹੜੀ ਟੈਂਡੈਂਸੀ ਹੈ ਇਹ ਬਹੁਤ ਖਤਰਨਾਕ ਹੈ ਸਾਡੇ ਸੰਸਕਾਰਾਂ ਦੀ, ਜਿਹੜੀ ਇਹਦੀ ਉਨੀ ਲਾਈਫ ਨਹੀਂ ਰਹਿਣੀਗੀ ਸੰਸਕਾਰਾਂ ਦੀ, ਫਿਰ ਖਤਮ ਹੋ ਜਾਣਗੇ। ਇੰਨੇ ਇਹ ਪਰਸਨਲ ਤੇ ਇੰਡੀਵਿਜੂਅਲ ਤੇ ਫਾਰਮਲ ਰਿਲੇਸ਼ਨਸ ਹੋ ਜਾਣਗੇ ਕਿ ਇੱਕ ਘਰ ਦੇ ਵਿੱਚ ਰਹਿੰਦੇ ਬੱਚੇ ਜਿਹੜੇ ਬੰਦੇ ਆ, ਜਿਹੜੇ ਇਨਸਾਨ ਹੈ, ਉਹ ਆਪਣੇ ਵਾਸਤੇ ਪੂਰੇ ਜਿਹੜੇ ਆ ਅਣਪਛਾਤੇ ਜਿਵੇਂ ਹੁੰਦੇ ਆ ਉਹ ਹੋਣਗੇ ਉਹ, ਠੀਕ ਹੈ। ਸੋ ਜਿਹੜੀ ਕਮਿਊਨੀਕੇਸ਼ਨ ਦੀ ਡੈਫੀਨਿਟਲੀ ਪ੍ਰੋਬਲਮ ਹੈਗੀ ਹੈ, ਬਟ ਜਿੱਥੇ ਬਜ਼ੁਰਗਾਂ ਦੀ ਇੱਜ਼ਤ ਹੁੰਦੀ ਹੈ ਉੱਥੇ ਬਜ਼ੁਰਗ ਆਪਣੇ ਬੱਚਿਆਂ ਨੂੰ, ਆਪਣੇ ਗ੍ਰੈਂਡਸਨਸ ਨੂੰ, ਡਾਟਰਸ ਨੂੰ, ਗ੍ਰੈਂਡ ਚਿਲਡਰਨ ਨੂੰ ਸੰਸਕਾਰ ਵੀ ਦਿੰਦੇ ਆ, ਲੈਂਗੁਏਜ ਵੀ ਦਿੰਦੇ ਆ, ਘਰ ਦੀ ਜਿਹੜੀ ਮਰਜ਼ਾਦਾ ਵੀ ਜਿਹੜੀ ਦਿੰਦੇ ਹੈਗੇ ਆ, ਉਸ ਘਰ ਦੇ ਵਿੱਚ ਪਿਆਰ ਵੀ ਬਣਿਆ ਰਹਿੰਦਾ ਹੈ। ਔਰ ਮੈਂ ਪਰਮਾਤਮਾ ਤੋਂ ਇਸ ਚੀਜ਼ ਦਾ ਡਰ ਕੇ ਕਹਿਣਾ ਕਿ ਜਿੱਥੇ ਬਜ਼ੁਰਗਾਂ ਦਾ ਸਤਿਕਾਰ ਹੁੰਦਾ ਹੈ ਉਹ ਘਰ ਹਮੇਸ਼ਾ ਵੱਧਦਾ ਫੁੱਲਦਾ ਹੈ। ਬਿਲਕੁਲ ਬਿਲਕੁਲ। ਮਿਸਟਰ ਗਿੱਲ, ਤੁਹਾਡਾ ਸਟੂਡੀਓ ਵਿੱਚ ਆਉਣ ਲਈ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅੱਜ ਆਪਾਂ ਬੜੇ ਸੋਹਣੇ ਪਰ ਨਾਲ ਦੀ ਨਾਲ ਇਮੋਸ਼ਨਲ ਟੌਪਿਕ ਦੇ ਉੱਤੇ ਆਪਾਂ ਬੜੀਆਂ ਸੋਹਣੀਆਂ ਗੱਲਾਂ ਕੀਤੀਆਂ। ਤੁਸੀਂ ਬੜੇ ਸੋਹਣੇ ਆਪਣੇ ਜੇ ਤੁਹਾਡੇ ਨਾਲ ਕੋਈ ਦਰਦ ਕਹਾਣੀ ਕਿਸੇ ਨੇ ਸ਼ੇਅਰ ਕੀਤੀ, ਤੁਸੀਂ ਬੜੇ ਵਧੀਆ ਤਰੀਕੇ ਨਾਲ ਉਸ ਨੂੰ ਸਾਡੇ ਨਾਲ ਸ਼ੇਅਰ ਕੀਤਾ। ਤੁਹਾਡਾ ਅਸੀਂ ਫਿਰ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਧੰਨਵਾਦ ਜੀ, ਥੈਂਕ ਯੂ ਲਵੀ ਜੀ। ਤੁਹਾਡਾ ਸਾਂਝਾ ਟੀਵੀ ਦੀ ਮੈਨੇਜਮੈਂਟ ਦਾ, ਸਮੁੱਚੇ ਅਦਾਰੇ ਦਾ ਮੇਰੇ ਵੱਲੋਂ ਮੈਨੂੰ ਅਗੇਨ ਐਂਡ ਅਗੇਨ ਟਾਈਮ ਦੇਣ ਦਾ ਔਰ ਇਨਫੋਰਮੇਸ਼ਨ ਸ਼ੇਅਰ ਕਰਨ ਦਾ ਬਹੁਤ ਬਹੁਤ ਸ਼ੁਕਰੀਆ। ਸਤਿ ਸ੍ਰੀ ਅਕਾਲ। ਸਾਡੇ ਦਰਸ਼ਕਾਂ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਇਸ ਦੇ ਨਾਲ ਹੀ ਅਸੀਂ ਤੁਹਾਨੂੰ ਅੱਜ ਦੀ ਗੱਲਬਾਤ ਦੇ ਬਾਰੇ ਥੋੜਾ ਜਿਹਾ ਇਦਾਂ ਕਹਿੰਦੇ ਆ ਕਿ ਤੁਸੀਂ ਯਾਦ ਰੱਖੋ, ਆਪਾਂ ਸਾਰਿਆਂ ਨੇ ਇਹਨਾਂ ਹੀ ਬੂਟਾਂ ਦੇ ਵਿੱਚ ਆਪਣੇ ਪੈਰ ਰੱਖਣੇ ਆ। ਇਹਦੇ ਨਾਲ ਹੀ ਜਿਹੜੇ ਬਜ਼ੁਰਗ ਆ ਉਹ ਆਪਣੀ ਵਿਰਾਸਤ ਆ, ਆਪਣੇ ਘਰ ਦੀ ਸ਼ਾਨ ਹੈ। ਜਿਵੇਂ ਮੈਂ ਉੱਚੀਆਂ ਇਮਾਰਤਾਂ ਦੀ ਪਹਿਲਾਂ ਗੱਲ ਕੀਤੀ ਸੀ ਵੀ ਸਾਡੀ ਅਮੀਰੀ ਸਾਡੀਆਂ ਉੱਚੀਆਂ ਇਮਾਰਤਾਂ ਤੋਂ ਨਹੀਂ, ਸਾਡੇ ਬਜ਼ੁਰਗਾਂ ਦੇ ਚਿਹਰਿਆਂ ਦੀ ਮੁਸਕਾਨ ਤੋਂ ਪਤਾ ਲੱਗਦੀ ਹੈ। ਸੋ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਿਹਾ ਕਰੋ, ਸਾਨੂੰ ਸੁਝਾਅ ਦਿੰਦੇ ਰਹੋ, ਸਾਡੇ ਨਾਲ ਆਪਣੀਆਂ ਗੱਲਾਂ, ਆਪਣੀ ਦਿਲ ਦੀ ਸਾਂਝ ਪਾਈ ਰੱਖਿਆ ਕਰੋ। ਸਾਨੂੰ ਹੇਠ ਲਿਖੇ ਪਤਿਆਂ ਦੇ ਉੱਤੇ ਤੁਸੀਂ ਆਪਣੇ ਵਿਚਾਰ ਦੱਸ ਸਕਦੇ ਹੋ। ਸੋਸ਼ਲ ਮੀਡੀਆ ਤੇ ਸਾਨੂੰ ਫੋਲੋ ਕਰਦੇ ਰਹੋ। ਸਹੀ ਦਿਸ਼ਾ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।